ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੈ ਘਾਓ। ਖੇਤ ਜੋ ਮਾਂਡਿਓ ਸੂਰਮਾ, ਅਬ ਜੂਜਨ ਕੋ ਦਾਓ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕੱਟ ਮਰੈ, ਕਬਹੂ ਨਾ ਛਾਡੈ ਖੇਤ। ਕਬੀਰ ਮੋਹਿ ਮਰਨੇ ਕਾ ਚਾਉ ਹੈ, ਮਰੋ ਤਾਂ ਹਰਿ ਕੈ ਦੁਆਰ। ਮਤ ਹਰਿ ਪੁੱਛੈ ਕੌਣ ਹੈ, ਪਰਾ ਹਮਾਰੇ ਬਾਰ। ਮਤ ਹਰਿ ਪੁੱਛੈ ਕੌਣ ਹੈ, ਪਰਾ ਹਮਾਰੇ ਬਾਰ। ਧੰਨ ਧੰਨ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬੰਸ ਦਾਨੀ, ਵਾਲੀਏ ਦੋ ਜਹਾਨ, ਸਾਹਿਬ ਕਮਾਲ ਅੰਮ੍ਰਿਤ ਕੇ ਦਾਤੇ ਜੀ। ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ, ਜਾਗਦੀ ਜੋਤ, ਚਵਰ ਛਤਰ ਸਿੰਘਾਸਣ ਦੇ ਮਾਲਕ, ਜੁਗ ਜੁਗ ਅਟਲ, ਬਾਣੀ ਕੇ ਬੋਹਿਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ, ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਸੰਗਤਾਂ ਨੂੰ ਜਿਵੇਂ ਪਤਾ ਹੀ ਹੈ ਕਿ ਪਰਸੋਂ ਰੋਜ਼ ਤੋਂ ਭਾਈ ਸਾਹਿਬ ਹੋਣਾ ਜੀ ਦੇ ਘਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਸਨ। ਮਹਾਰਾਜ ਜੀ ਦੀ ਕਿਰਪਾ ਨਾਲ ਜੋ ਨਿਰਵਿਘਨਤਾ ਦੇ ਸਹਿਤ ਅੱਜ ਸੰਪੂਰਨ ਹੋਏ ਹੈ। ਸੇਵਕਾਂ ਨੇ ਗੁਰੂ ਮਹਾਰਾਜ का ਆਸਰਾ ਲਿਆ ਹੈ। ਸਤਿਗੁਰੂ ਕੇ ਹੁਕਮ ਹਨ, ਕੀਤਾ ਲੋੜੀਐ ਕੰਮ, ਸੋ ਹਰਿ ਪਹਿ ਆਖੀਐ। ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਜੋ ਸਰਣ ਆਵੈ ਤਿਸ ਕੰਠ ਲਾਵੈ, ਬਿਰਧ ਸੁਆਮੀ ਸੰਦਾ। ਜਿਹੜੇ ਸੇਵਕ ਸਿੱਖ ਗੁਰੂ ਕਾ ਆਸਰਾ ਲੈਂਦੇ ਹਨ, ਮਹਾਰਾਜ ਜੀ ਦੇ ਚਰਨ ਪਰਸਨ ਲਈ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਸਵਾਰੀ ਦੇ ਆਪਣੇ ਘਰ ਸਤਿਗੁਰੂ ਮਹਾਰਾਜ ਜੀ ਦੇ ਆਗਮਨ ਕਰਾਉਂਦੇ ਹਨ। ਗੁਰੂ ਜੀ ਵੀ ਗਰੀਬ ਨਵਾਜ ਹਨ, ਜਿਨ੍ਹਾਂ ਦੇ ਵਾਸਤੇ ਕੋਈ ਬਹੁਤਾ ਪ੍ਰਬੰਧ ਵੀ ਨਹੀਂ ਕਰਨਾ ਪੈਂਦਾ, ਅਤੇ ਸੱਚੇ ਪਾਤਸ਼ਾਹ ਹਰੇਕ ਨੂੰ ਨਵਾਜ ਦਿੰਦੇ ਹਨ। ਤਾਂ ਹੀ ਗੁਰੂ ਮਹਾਰਾਜ ਜੀ ਨੂੰ ਗਰੀਬ ਨਵਾਜ ਕਿਹਾ ਹੈ। ਸੋ ਸਾਧ ਸੰਗਤ ਜੀ, ਪਰਿਵਾਰ ਵੱਲੋਂ ਜੋ ਗੁਰੂ ਕੇ ਪਾਠ ਪ੍ਰਾਰੰਭ ਕਰਾਏ ਸਨ, ਸਮਾਪਤੀ ਤੋਂ ਬਾਅਦ ਆਪਾਂ ਜਿਹੜੀ ਹੈ ਜੋ ਗੁਰੂ ਮਹਾਰਾਜ ਕੇ ਦਿਹਾੜੇ ਬਤੀਤ ਹੋਏ ਆ, 6 ਪੋਹ ਤੋਂ ਲੈ ਕੇ 13-14 ਪੋਹ ਤੱਕ ਦੇ, ਉਹਦੇ ਸੰਬੰਧ ਵਿੱਚ ਸੂਖਮ ਰੂਪ ਵਿੱਚ ਜਿੰਨੇ ਕੁ ਵਿਚਾਰ ਗੁਰੂ ਜੀ ਸਮਝ ਪਾਉਣਗੇ ਆਪਾਂ ਕਰੀਏ। ਭਾਵੇਂ ਕਿ ਆਪਾਂ ਚਮਕੌਰ ਸਾਹਿਬ ਦੇ ਜਿਹੜਾ ਸਾਕਾ ਹੈ, ਗੁਰਦੁਆਰਾ ਸਾਹਿਬ ਵੀ ਸੁਣਾਇਆ ਸੀ। ਹੁਣ ਇੱਥੇ
ਜਿਵੇਂ ਕਿਹਾ ਹੈ ਵੀ ਇਤਿਹਾਸ ਦੀ ਵਿਚਾਰ ਹੀ ਸਰਵਣ ਕਰਾਈ ਜਾਵੇ, ਉਸ ਮੁਤਾਬਕ ਆਪਾਂ ਇਤਿਹਾਸ ਦੀ ਸਰਵਣ ਵਿਚਾਰ ਕਰਦੇ ਹਾਂ। ਸਾਧ ਸੰਗਤ ਜੀ, ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ, ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ, ਉਹਨਾਂ ਨੇ ਜਿਵੇਂ ਧਰਮ ਦੀ ਖਾਤਰ, ਧਰਮ ਦੀ ਨੀਂਹ ਰੱਖਣ ਲਈ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਿੱਤੀ, ਕਈ ਸਿੰਘ ਕੁਰਬਾਨ ਕੀਤੇ। ਉਸ ਸ਼ਹਾਦਤ ਨੂੰ ਕਰੋੜਾਨ ਕਰੋੜ ਬੇਅੰਤ ਬੇਅੰਤ ਪ੍ਰਣਾਮ ਹੈ। ਸੰਗਤ ਜੀਓ, ਜਿੰਨਾ ਕੁ ਚਿਰ ਆਪ ਜੀ ਨੇ ਗੁਰੂ ਚਰਨਾਂ ਵਿੱਚ ਬੈਠਣਾ ਹੈ, ਬੜੀ ਸ਼ਰਧਾ ਭਾਵਨਾ ਨਾਲ, ਮਨ ਇੰਦਰੀਆਂ ਨੂੰ ਸੰਕੋਚ ਕਰਕੇ ਧਿਆਨ ਨਾਲ ਸੁਣੋ। ਜੇ ਧਿਆਨ ਨਾਲ ਸੁਣੀਏ, ਕੋਈ ਵੀ ਗੱਲ ਜਿਹੜੀ ਉਹ ਚੰਗੀ ਲੱਗੇਗੀ। ਜੇ ਨਾ ਸੁਣੀਏ, ਬੋਝ ਚੁੱਕੀ ਫਿਰੀਏ ਵੀ ਬੜੀ ਖਿਆਈ ਹੈ ਜੀ, ਇੰਨਾ ਚਿਰ ਲੱਗੂਗਾ, ਫਿਰ ਤੇ 5 ਮਿੰਟ ਵੀ ਔਖੇ ਹੋ ਜਾਂਦੇ ਹਨ। ਜਿਵੇਂ ਆਪਾਂ ਕਿਸੇ ਦੇ ਹੁਣ ਬੁਲਾਏ 'ਤੇ ਆ ਹੀ ਗਏ ਹਾਂ, ਅਤੇ ਇੱਥੇ ਆਪਾਂ ਸੰਗਤ ਜੀ, ਸੰਗਤ ਕਰਨ ਦਾ ਸੁਭਾਗ ਸਮਾਂ ਮਿਲਿਆ ਹੈ, ਅਤੇ ਉਹ ਕਰੀਏ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਇਹ ਗੁਰੂ ਮਹਾਰਾਜ ਜੀ ਨੇ ਕਿਹਾ ਹੈ, ਕਿਸੇ ਬੰਦੇ ਦਾ ਬਚਨ ਨਹੀਂ ਹੈ। ਅਤੇ ਭਾਗ ਹੀ ਚੰਗੇ ਜਿਹੜਾ ਸੰਗਤ ਵਿੱਚ ਬੈਠਣਾ। ਅਤੇ ਹਰ ਜਸ ਸੁਣ ਤੇ ਜੋ ਬਾਤ ਚਲਾਵੈ, ਕਹੈ ਗੋਬਿੰਦ ਸਿੰਘ ਵਹਿ ਜਾਮਪੁਰ ਜਾ ਹੈ। ਜਿਹੜੇ ਗੁਰੂ ਕੀ ਕਥਾ ਵਿੱਚ ਆਪਣਾ ਰੌਲਾ ਪਾ ਕੇ ਬਹਿ ਜਾਂਦੇ ਆ, ਮਹਾਰਾਜ ਕਹਿੰਦੇ ਉਹ ਜਮਾਂ ਦੀ ਪੁਰੀ ਨੂੰ ਜਾਂਦੇ ਆ, ਕਿਉਂਕਿ ਹਰੀ ਜਸ ਵਿੱਚ ਰੌਲਾ ਨਹੀਂ ਪੈਣਾ ਚਾਹੀਦਾ। ਇਸ ਤਰ੍ਹਾਂ ਸਤਿਗੁਰੂ ਜੀ ਕਾ ਜਿਹੜੇ ਵੱਡੇ ਸਾਹਿਬਜ਼ਾਦਿਆਂ ਦਾ ਸਾਕਾ ਚਮਕੌਰ ਸਾਹਿਬ ਦਾ, ਉਹਦੀ ਵਿਚਾਰ ਆਪਾਂ ਸਰਵਣ ਕਰੀਏ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਧਰਮ ਦੀ ਖਾਤਰ ਜ਼ੁਲਮਾਂ ਦੀ ਜੜ ਪੁੱਟਣ ਵਾਸਤੇ ਬੜਾ ਭਾਰੀ ਜੰਗ ਕਰਕੇ ਆਪਣੇ ਜਿਗਰ ਦੇ ਟੋਟੇ, ਆਪਣੇ ਲਾਲਾਂ ਸਾਹਿਬਜ਼ਾਦਿਆਂ ਨੂੰ ਵਾਰਿਆ। ਸਤਿਗੁਰੂ ਜੀ ਨੇ ਧਰਮ ਦੀ ਰੱਖਿਆ ਕੀਤੀ। ਹਿੰਦ ਦੀ ਰੱਖਿਆ ਵਾਸਤੇ ਬੇਅੰਤ ਸਿੱਖਾਂ ਦਾ ਅਤੇ ਸਾਹਿਬਜ਼ਾਦਿਆਂ ਦਾ ਬਲੀਦਾਨ ਦਿੱਤਾ। ਸਾਧ ਸੰਗਤ ਜੀ, ਜਿਸ ਵਕਤ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਹੋਇਆ ਸੀ, ਅਤੇ ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਵਿਸਾਖ ਦੇ ਮਹੀਨੇ ਦਾ ਘੇਰਾ ਪਿਆ ਹੋਇਆ, ਅੱਜ ਪੋਹ ਦਾ ਮਹੀਨਾ ਚੜ੍ਹ ਗਿਆ, ਅੱਜ 8-9 ਮਹੀਨੇ ਹੋ ਗਏ ਹੈ। ਸੱਚਾ ਪਾਤਸ਼ਾਹ ਜਿੰਨਾ ਚਿਰ ਹੁੰਦਾ ਰਿਹਾ ਜੰਗ, ਯੁੱਧ ਕਰਕੇ ਮੁਗਲਾਂ ਨੂੰ ਲੁੱਟ ਲੁੱਟ ਲਿਆਉਂਦੇ ਰਹੇ ਆ। ਗੁਰੂ ਮਹਾਰਾਜ ਹੁਣ ਭੁੱਖ ਜਿਹੜੀ ਹੈ ਜਰੀ ਨਹੀਂ ਜਾਂਦੀ ਹੈ। ਸਤਿਗੁਰੂ ਜੀ, ਹੁਣ ਇਹ ਭੁੱਖ ਦਾ ਦਰਦ ਸਹਿਆ ਨਹੀਂ ਜਾਂਦਾ। ਉਸ ਵੇਲੇ ਇੱਕ ਸੰਗਤ ਜੱਥੇ ਵਿੱਚ ਆਈ ਸੀ, ਜਿਹੜੀ ਪਾਰਸ ਦੀ ਵੱਟੀ ਸੀ, ਇੱਕ ਸਿੱਖ ਪਾਸ, ਉਹ ਮਹਾਰਾਜ ਨੂੰ ਪਾਰਸ ਦੀ ਵੱਟੀ ਦੇਣ ਲੱਗਾ। ਸੋਚਿਆ ਵੀ ਲੱਗਦਾ ਮਾਇਆ ਦੀ ਕਮੀ ਹੋਣੀ ਹੈ, ਜਿਸ ਕਰਕੇ ਸਿੱਖ ਵਿਚਾਰੇ ਭੁੱਖੇ ਹਨ। ਸੱਚੇ ਪਾਤਸ਼ਾਹ ਜੀ ਨੇ ਉਸ ਸਿੱਖ ਨੂੰ ਇੱਕ ਪਾਸੇ ਦੇ ਹੀਰੇ ਹੀਰੇ ਜਵਾਹਰ ਆਦਿ ਦਿਖਾ ਦਿੱਤੇ, ਅਤੇ ਉਸ ਨੂੰ ਕਿਹਾ ਵੀ ਪਾਰਸ ਵਾਲੇ ਨੂੰ, ਭਾਈ ਇਹ ਜਿਹੜੇ ਸਿੱਖ ਭੁੱਖ ਸਹਿ ਰਹੇ ਹੈ, ਇਹ ਜਿਹੜਾ ਕਸ਼ਟ ਸਹਿ ਰਹੇ ਹੈ, ਇਹ ਜਿੰਨਾ ਹੀ ਤਪ ਕਰ ਲੈਣਗੇ ਨਾ ਓਨਾ ਹੀ ਚੰਗਾ ਹੈ। ਇਹੀ ਤਪ ਹੀ ਕਰਵਾ ਰਹੇ ਇਹਨਾਂ ਕੋਲ, ਅਤੇ ਇਹ ਜਿਹੜੇ ਤਪ ਕਰਨਗੇ ਐਸਾ, ਜਿਹੜੇ ਸ਼ਕਾਮੀ ਹੋਣਗੇ, ਉਹਨਾਂ ਨੂੰ ਵੱਡੀਆਂ ਵੱਡੀਆਂ ਸਰਦਾਰੀਆਂ, ਰਾਜ ਮਿਲਕ ਸਰਦਾਰੀਆਂ, ਉਹ ਰਾਜ ਭਾਗ ਕਰਨਗੇ। ਜਿਹੜੇ ਨਿਸ਼ਕਾਮੀ ਹੋਣਗੇ, ਉਹ ਸਾਡੇ ਸਰੂਪ 'ਚ ਭੇਦ ਹੋ ਜਾਣਗੇ, ਮੁਕਤ ਹੋ ਜਾਣਗੇ ਉਹ। ਇਸ ਕਰਕੇ ਮਾਇਆ ਦੀ ਕਮੀ ਨਹੀਂ ਹੈ, ਤੇ ਅਸੀਂ ਆਪ ਹੀ ਤਪ ਕਰਵਾ ਰਹੇ ਹਾਂ। ਜਦੋਂ ਗੁਰੂ ਮਹਾਰਾਜ ਜੀ ਨੇ ਇਹ ਗੱਲ ਕਹੀ, ਸਾਧ ਸੰਗਤ ਜੀਓ, ਉਸ ਵੇਲੇ ਥੋੜ੍ਹੇ ਦਿਨਾਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਹੈ ਕਿਲ੍ਹੇ ਵਿੱਚੋਂ ਬਾਹਰ ਆਏ ਹਨ। ਜਦੋਂ ਕਿਲ੍ਹੇ 'ਚੋਂ ਬਾਹਰ ਆਏ, ਇਹ ਰੁੱਖਾਂ ਦੀ ਹਾਲਤ ਵੇਖੀ, ਰੁੱਖਾਂ 'ਤੇ ਮਾੜੀ ਹਾਲਤ ਹੋਈ ਪਈ। ਮਹਾਰਾਜ ਜੀ ਨੇ ਕਿਹਾ ਵੀ ਆਹ ਰੁੱਖਾਂ ਨੂੰ ਕੀ ਹੋਇਆ ਹੈ? ਨਾਲ ਦੇ ਸਿੱਖ ਨੇ ਕਿਹਾ, ਮਹਾਰਾਜ ਇਹ ਸਿੱਖਾਂ ਨੇ ਛਿੱਲੜਾਂ ਲਾ ਲਾ ਕੇ
पत्ते बाल बाल के रुखां दे खा के अपनी भुख पूरी की। उस वेले महाराज जी ने बचन किया, कहते भाई सिखां दा जिहड़ा तप हुण पूरा हो गया है, ये जिन्हां ने ऐसा तप किया वो तो मुक्त हो जाणगे जिहड़े निष्कामी हैं, ते जिहड़े शिकामी है वो राज भाग करनगे। इस तरह साध संगत जी जदों फिर गुरु महाराज ने बख्शिशां कीतियां, सिखां को धीरज ना रही, बेनती की गुरु महाराज भुख जरी नहीं जाती है, आनंदपुर साहब छड्डिया जाए। इधरों औरंगजेब दे सिपाही वजीर खान जबरदस्त खां होना ने इन्हां ने कुरान शरीफ सिर ते रख के ये लिखतां लिखियां, ਉਹਦੇ ਵਿੱਚ कुरान शरीफ की सौं खाधी, नाल अपने पैगंबरां ਦੀਆਂ ਸੌਹਾਂ ਖਾਧੀਆਂ भी महाराज ये खुदा दा साडे ते कहर ढले जे असीं ਜਿਹੜਾ है ਤੁਹਾਡੇ ਨਾਲ वैर करीए। हिंदू 22 धार ਦੇ ਜਿਹੜੇ राजे ਉਹਨਾਂ ने थाली ਦੇ ਵਿੱਚ आटे की गऊ बना के रखी, नाल सालग्राम मूर्ति रखी, तो ये गल कही भी महाराज जे असीं तुहाडे नाल वैर करिए, असीं अपने हत्थी जिहड़ी है गऊ दे छुरी फेरीए जे असीं वैर तुहाडे नाल करिए तो तुसीं एक बार आनंदपुर साहब छड्ड के इत्थों चले जाओ, तुसीं जिते असीं हारे। ये जदों मनौत मन्नी गुरु महाराज इन्हां ते हिंदुआं ते तुरकां ते प्रतीत ना कीती। सिखां ने सोचा भी हुण साडा भुख दा दुख कटिया जाऊगा, पर गुरु ने भरोसा ना कीता, क्या खालसा जी तुहानूं विखा देने। महाराज जी ने उस वेले लुबाणियां दा कहंदे 200 बैल गड्डे समेत मंगा के ते इन्हां नूं सुना भेजिया भी पहलां असीं अपना खजाना कड्डांगे, पहलां साडा खजाना जाएगा। ये कहंदे ठीक है। जदों गुरु महाराज खजाना को बहाना बना के गड्डियां दे उपर जो गूणा लिद होर गंद जो घोड़ियां दे हड्ड कोई जिहड़े चढ़ाई कर गए सन भुख करके, गुरु घर दे टुटे भज्जे बर्तन इत्ते आदਿਕ लिद गूणा आदਿਕ विच लद दिता, बैलों के सिंगां उपर मसालां बन दित्तियां अग वालियां, पशमीने के वस्त्र पा दिते, वो गड्डियां दे उपर लिशकने। जदों बाहर कड्ढे इन्हां ने जिहड़ियां सौहां खाधियां तुरकां ने मुसलमानां ने सारियां खूह खाते सुट दित्तियां। अपना धर्म ईमान भुला के फड़ लो इन्हां ने कर लई, लुट्टण लग पे। जदों ਉਹ आ के गड्डे लुट्टण लगे, महाराज जी ने क्या वेखड़ो खालसा जी इन्हां दी हालत, इन्हां ते प्रतीत भरोसा नहीं करना चाहिए। पर सिखां नूं फिर धीरज ना रही। फरीदा मौत नालों भुख बुरी, रात नूं खाधी दिने फिर खड़ी। ये भुख इहो जी हालत है। उंज भी गुरु ने साका ही करना सी, जिस करके कला वरताई सारी, नहीं तो जिहड़े सिख 8-9 महीने बैठे रहे, 2 दिन की किहड़ी गल सी। ये सच्चे पातशाह जी ने इतिहास ही रचना सी। उस वेले गुरु महाराज जी नूं फिर कहण लगे, वकील आए सिख इकट्ठे होके माता जी नूं कहण लगे, माता जी गुरु साहब मनते नहीं हैं। माता जी कहण लगे, वेखो आप सर्व शक्तिमान हो, ये सिखां वास्ते तुसां इन्ना कुछ कीता, हुण इन्हां दी जान प्राण बख्शो इन्हां नूं। महाराज कहते माता जी कुछ नहीं हुंदा, 2 दिन तुसीं होर रुक जाओ। पर धीरज ना कीती। सिखां ने कहा माता जी तुसीं पहलां डोलियां विच तैयार हो जाओ, आपे गुरु साहब जी चल पैणगे। ये गल कह के वो तैयारी सारी कर ली ते सच्चे पातशाह जी दे पास सिख आए। कहते महाराज उस वेले पहलां साध संगत जी रामे आने ਅੰਮ੍ਰਿਤਸਰ ਦੇ ਹੋਰ ਜਿਹੜੇ ਸਿੱਖ ਹੈ ਜਿਨ੍ਹਾਂ ਨੂੰ ਗੁਰੂ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਵਿੱਚ ਆਪ ਵਸਾਇਆ ਸੀ ਵੀ ਸਹਾਰਾ ਦੇ ਕੇ ਇੱਥੇ ਦੁਕਾਨਾਂ ਪਾਓ, ਇੱਥੇ ਰਹੋ, ਆਨੰਦਪੁਰ ਸਾਹਿਬ ਸੁੱਖ ਆਰਾਮ ਵੇਖ ਕੇ ਰਹਿ ਪਏ ਸਨ। ਉਹਨਾਂ ਨੇ ਬਦਾਵੇ ਲਿਖੇ ਹੈ, ਗੁਰੂ ਕੇ ਸਿੱਖਾਂ ਨੇ ਬਦਾਵੇ ਨਹੀਂ ਲਿਖੇ ਹੈ। ਉਹਨਾਂ ਲਿਖਿਆ ਹੈ ਕਿ ਮਹਾਰਾਜ ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ ਹਾਂ। ਜਿਹੜੇ ਬਾਣੇ ਵਾਲੇ ਸਿੱਖ ਉਹਨਾਂ ਨੇ ਇਹ ਗੱਲ ਨਹੀਂ ਲਿਖੀ ਹੈ। ਉਹ ਤੇ 700 ਸਿੰਘ ਸਨ ਤੇ 700 ਸਿੰਘ ਨੇ ਕਿਹਾ ਮਹਾਰਾਜ ਭੁੱਖ ਜਰੀ ਨਹੀਂ ਜਾਂਦੀ,
तो गुरु साहब कहते भाई जे नहीं जरी जाती तो इत्थे लिखतां लिख दो। लिखतां का अर्थ हुंदा भी महाराज साडी आ राय है, साडी आ सलाह है। तो वो सिखां ने जदों दूजिਆਂ ने लिखता बदावा भी असीं तुहाडे सिख नहीं, तुसीं साडे गुरु नहीं, जिन्हां नूं भाई महा सिंह ने इत्थे खिदराणे की ढाब ते टुट्टी गंढी वाले थां ते साध संगत जी जोड़ी है। तो गुरु जी ने गल कही सी भाई महा सिंह तू धन है जिहड़ा दूजिਆਂ वास्ते परोपकार किया, अपने वास्ते फिर कुछ नहीं मंगिया है। परोपकारी गुरु प्यारे। तो ये दूजिਆਂ ने बदावा लिखा, गुरु के सिंघां ने नहीं। ये बड़ी वड्डी उलझण पाई हुई इतिहास विच। गुरु के सिंह जिन्हां ने ये लिख लिया भी महाराज मरना ही मंजूर है, वो किवें लिख सकते। फिर जदों 700 सिंह ये लिखत लिखी है, 40 सिंह रह गए होर। 40 ਸਿੰਘਾਂ ਨੂੰ महाराज जी ने कहा भाई तुसीं भी लिख दो। कहते महाराज असीं नहीं लिखना है। महाराज कहते नहीं भाई लिख दो। नहीं महाराज असीं नहीं लिखना, जे तुसीं इत्थे रहोगे तो असीं भी रह पांगे, जे चलोगे नाल ही चल पांगे। उस वेले गुरु साहब जी ने कहा सारे पिछो चलो भाई खालसा जी पाओ वहीर। वचन नहीं मन्निया, ये हुण कष्ट सहना पऊगा। तैयारी की अपने आप। तो सारा 700 सिंह विच गुरु के साहिबजादे, 2 महाराज जी दे महल, माता सुंदरी जी, माता साहब कौर जी, माता गुजरी जी, गुरु साहब महाराज आप, 5 प्यारे साहबान, ये सारे सिंह किले आनंदगढ़ तो चल के जिथे गुरु तेग बहादुर महाराज जी का सीसगंज वाला स्थान जिथे संस्कार किया, सतगुरु जी किले आनंदगढ़ तो उत्थे चल के आए वहीर दे नाल ही। इत्थे आके मत्था टेकिया है, महाराज जी के स्थान नूं कहा है महाराज सच्चे पातशाह जी तुहाडे सदा ही निशान झूलते रहने हैं। जिवें आप जी ने धर्म की खातर शीस वारिया है, अज असीं जिहड़ा है सरबंसी वारन लगे हाँ। तो आप जी किरपा करनी इसे सरबंस वारने करके ही असां ने अज त्यारा जिहड़ा कर लिया है। ये अरदास बेनती की पिता गुरु जी के स्थान ते सच्चे पातशाह महाराज उत्थों चल पे हैं। जिहड़ा कीरतपुर साहब तो निर्मोहगढ़ है, इत्थे आके पूरा घमसान का युद्ध मच गया। गुरु के साहिबजादे बाबा अजीत सिंह जी जदों वो डट के लड़ रहे सन, तो महाराज अगे गए थोड़ा, भाई जीवन सिंह रंगरेटे गुरु के बेटे, भाई उदय सिंह, भाई मणि सिंह जी दे जिहड़े सपुत्र है, उन्होंने कहा भी भाई अजीत सिंह साहिबजादिਆਂ ਨੂੰ जंग के मैदान चों कढ़ के लियाओ। उस वेले भाई उदय सिंह ने कहते सवा पैर ऐसी तलवार वाही है कि जिहड़े कसूरी लाहौरी दिल्ली दे सरहंद दे सूबेदार दी जिन्नी फौज सी वो चंगी उत्थे लोथ ते लोथ चढ़ा दिती। ते बाबा अजीत सिंह जी नूं कढ़ के अगे कीता है। उत्थे भाई जीवन सिंह जी ने मूँह च लगामा पा के जंग की दोनों हत्थां नाल। फिर अगे जो चलते चलते उतों निकल गए, सरसा नदी के किनारे ते आए है। इत्थे गुरु के सिंह कई सरसा की भेटा चढ़ गए, कई जिहड़े उधरों ठंड पै रही है, उधरों शस्त्रां दे वार बड़े लगते हैं। साध संगत जी किन्ने सिंह जिहड़े वो शहीद हो गए लड़के, कुछ सरसा की भेटा ही हो गए हैं। जो गुरु घर दे ग्रंथ सी विद्या धार ग्रंथ 9 मन का, जिहदे विच महाभारत जिन्ने सनातन मत के ग्रंथ अरबी फारसी के वो सारे महाराज ने 52 कवियां पासों लथे करवाए सन कि तां जो सिख अपने आप ही पढ़न गुरु के घर विच रह गए। वो विद्याधार ग्रंथ भी साडा विच ही साध संगत जी धर्म पोथियां दे समेत ही रुड़ गया, जल प्रवाह हो गया। गोज पोथी विच लिखिया होया कि सच्चे पातशाह जी ने फिर इत्थे आसा दी वार दा कीर्तन किया। जदों आसा दी वार दा कीर्तन होया, उधरों कुछ सिंह लड़ रहे हैं। जो कीर्तन होया फिर सारे सिंह कहते उन्होंने कीर्तन सरवण किया आसा दी वार दा।
ਤੇ ਆਸਾ ਦੀ ਵਾਰ ਦਾ ਜਦੋਂ ਕੀਰਤਨ ਸਰਵਣ ਕੀਤਾ, ਜਿੰਨਾ ਚਿਰ ਕੀਰਤਨ ਹੋਇਆ ਕਿਸੇ ਨੂੰ ਕੋਈ ਗੋਲੀ ਤੀਰ ਨਹੀਂ ਲੱਗਾ ਹੈ, ਉਹਨਾਂ ਚਿਰ ਕਿਸੇ ਦੀ ਤੱਤੀ ਵਾਹ ਵੱਲ ਨਹੀਂ ਵੇਖ ਸਕਿਆ ਕੋਈ। ਜਦੋਂ ਕੀਰਤਨ ਦੀ ਸਮਾਪਤੀ ਹੋਈ ਤੇ ਸਿੰਘ ਜਿਹੜੇ ਸਾਧ ਸੰਗਤ ਜੀ ਉਹ ਜੰਗ ਦੇ ਮੈਦਾਨ ਵਿੱਚ ਤਿਆਰ ਹੋ ਕੇ ਲੜਨ ਲਈ, ਫਿਰ ਉੱਥੇ ਬੇਅੰਤ ਸਿੰਘਾਂ ਨੇ ਸ਼ਹੀਦੀਆਂ ਪਾਈਆਂ। ਇਹ ਜਦੋਂ ਪਰਿਵਾਰ ਵਿਛੋੜਾ ਜਿੱਥੇ ਸਥਾਨ ਬਣਿਆ, ਕਹਿੰਦੇ ਪੱਕੀ ਸੜਕ ਜਦੋਂ ਕੱਢਣ ਲੱਗੇ, ਉਹ ਬਹੁਤ ਚਿਰ ਹੋ ਗਿਆ ਗੱਲ ਨੂੰ, ਮਹਾਂਪੁਰਖਾਂ ਦੇ ਪਹਿਲਾਂ ਦੀ ਗੱਲ ਹੈ। ਤੇ ਉਸ ਵੇਲੇ ਜਦੋਂ ਪੱਕੀ ਸੜਕ ਬੰਨ੍ਹਣ ਲੱਗੇ ਸੀ ਠੇਕੇਦਾਰ ਤੇ ਨਾਲ ਸਿੰਘ, ਉਸ ਵੇਲੇ ਕਹਿੰਦੇ ਲੋਥਾਂ ਸਾਬਤ ਹੀ ਨਿਕਲੀਆਂ ਹਨ। ਤੇ ਉਹ ਜਿਹੜੀਆਂ ਲੋਥਾਂ ਉੱਪਰ ਉਸੇ ਤਰ੍ਹਾਂ ਹੀ ਕੱਪੜੇ ਵਸਤਰ ਸਿੰਘਾਂ ਦੇ ਗਿੱਲਾ ਹੋਏ ਹੈ ਤੇ ਨਾਲ ਰੇਤਾ ਲੱਗੀ ਹੋਈ, ਉਸੇ ਤਰ੍ਹਾਂ ਹੀ ਬਿਲਕੁਲ ਜ਼ਖਮ ਨਾਲ ਹੋਏ। ਤੇ ਉਹ ਜਿਹੜੀਆਂ ਲੋਥਾਂ ਨਿਕਲੀਆਂ ਉਹਦੀ ਨਿਸ਼ਾਨੀ ਕਰਕੇ ਪਰਿਵਾਰ ਵਿਛੋੜੇ ਵਾਲਾ ਸਥਾਨ ਬਣਿਆ ਹੋਇਆ ਹੈ। ਫਿਰ ਉੱਥੇ ਜਦੋਂ ਜੰਗ ਯੁੱਧ ਮੱਚਿਆ, ਫਿਰ ਬੇਨਤੀ ਕੀਤੀ ਸਿੰਘਾਂ ਨੇ, ਮਹਾਰਾਜ ਤੁਸੀਂ ਅੱਗੇ ਚੱਲੋ। ਸਰਸਾ ਨਦੀ ਵਿੱਚ ਗੁਰੂ ਜੀ ਨੇ ਆਪਣਾ ਘੋੜਾ ਜਦੋਂ ਪਾਇਆ, ਬੜੀ ਚੜ੍ਹੀ ਹੋਈ ਸੀ, ਕਹਿਰ ਚੜ੍ਹਿਆ ਹੋਇਆ ਸੀ ਪੂਰਾ ਨਦੀ ਨੂੰ ਹੀ। ਮਹਾਰਾਜ ਜੀ ਨੇ ਕਿਹਾ, ਸਰਸਾ ਨਾਲੇ ਦਿਲ ਦੇ ਕਾਲੇ ਤੂੰ ਫਿਰ ਨਹੀਂ ਚੜ੍ਹੇਂਗਾ, ਵੀ ਤੂੰ ਫਿਰ ਨਹੀਂ ਚੜ੍ਹੇਂਗਾ, ਤੂੰ ਦਿਲ ਦਾ ਕਾਲਾ, ਅੱਜ ਤੂੰ ਕਿਵੇਂ ਚੜ੍ਹਿਆ ਹੋਇਆ ਹੈ। ਉਹ ਬਚਨ ਸੱਚ ਹੋਏ, ਅੱਜ ਤੱਕ ਸਰਸਾ ਨਹੀਂ ਕਦੀ ਚੜ੍ਹੀ ਹੈ। ਫਿਰ ਗੁਰੂ ਜੀ ਜਦੋਂ ਉੱਥੋਂ ਲੈ ਕੇ ਸੌਕ ਦੇ ਉੱਤੇ ਰਹਿ ਗਏ ਸਿੰਘ ਤੇ ਉੱਥੋਂ ਚੱਲੇ ਹੈ, ਉਸ ਵੇਲੇ ਗੁਰੂ ਕਾ ਪਰਿਵਾਰ ਕਈ ਹਿੱਸਿਆਂ 'ਚ ਵੰਡਿਆ ਗਿਆ। ਮਹਾਰਾਜ ਜੀ ਦੇ ਜਿਹੜੇ ਸਾਹਿਬਜ਼ਾਦੇ ਛੋਟੇ, ਮਾਤਾ ਗੁਜਰ ਕੌਰ ਜੀ ਨਾਲ ਇੱਕ ਖੱਚਰ ਦੇ ਉੱਪਰ ਜਿਹਦੇ ਨਾਲ 1 ਲੱਖ ਰੁਪਏ ਦੀ ਧਨ ਦੀ ਖੁਰਚੀ ਸੀ, ਤੇ ਉਹ ਉੱਥੋਂ ਵਿਛੜ ਗਏ ਹਨ। ਤੇ ਗੰਗਾ ਰਾਮ ਬ੍ਰਾਹਮਣ ਜੋ ਗੁਰੂ ਘਰ ਵਿੱਚੋਂ 21-22 ਸਾਲ ਮੰਗ ਕੇ ਮੰਗਾਂ ਖਾਂਦਾ ਰਿਹਾ ਹੈ, ਉਹ ਲੂਣ ਹਰਾਮੀ ਗੁਨਾਹਗਾਰ ਬੇਗਾਨਾ ਅਲਪ ਮਤ, ਉਹ ਗੁਰੂ ਮਹਾਰਾਜ ਦੇ ਪਰਿਵਾਰ ਨੂੰ ਲੈ ਗਿਆ। ਜਦੋਂ ਉਹ ਪਰਿਵਾਰ ਨੂੰ ਉੱਧਰ ਲੈ ਗਿਆ ਹੈ, ਇੱਧਰੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੋਂ ਸਾਧ ਸੰਗਤ ਜੀ ਪਰਿਵਾਰ ਵਿਛੋੜੇ ਵਾਲੇ ਸਥਾਨ ਤੋਂ ਨਿਕਲ ਕੇ ਵਹੀਰ ਦੇ ਸਮੇਤ ਰੋਪੜ ਵਾਲੇ ਸਥਾਨ 'ਤੇ ਆ ਗਏ, ਜਿੱਥੇ ਭੱਠਾ ਸਾਹਿਬ ਵਾਲਾ ਸਥਾਨ ਹੈ। ਇੱਥੇ ਭੱਠੇ ਸਾਹਿਬ ਵਾਲੇ ਸਥਾਨ 'ਤੇ ਆ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਾਂਦਿਆਂ 20 ਕੋਹ ਤੱਕ ਲੋਥਾਂ ਵਿਛਾ ਦਿੱਤੀਆਂ। ਐਸਾ ਜੰਗ ਕੀਤਾ ਗੁਰੂ ਜੀ ਨੇ। ਜਦੋਂ ਰੋਪੜ ਦੇ ਵਿੱਚ ਗਏ ਹੈ, ਉੱਥੇ ਇੱਕ ਫੌਜ ਵਿੱਚ ਦਿੱਲੀ ਵਾਲਾ ਸਿੰਘ ਸੀ ਮਹਾਰਾਜ ਜੀ ਦਾ, ਉਹ ਆ ਗਿਆ, ਕਹਿੰਦਾ ਮਹਾਰਾਜ ਮੈਨੂੰ ਸੇਵਾ ਬਖਸ਼ੋ, ਕੋਈ ਸੇਵਾ ਹੋਵੇ ਤਾਂ। ਗੁਰੂ ਮਹਾਰਾਜ ਕਹਿੰਦੇ ਭਾਈ ਠੀਕ ਟਾਈਮ 'ਤੇ ਹੀ ਆਇਆ ਹੈ। ਕਹਿੰਦਾ ਮਹਾਰਾਜ ਸੇਵਾ ਬਖਸ਼ੋ। ਗੁਰੂ ਜੀ ਕਹਿੰਦੇ ਸੇਵਾ ਫਿਰ ਤੇਰੀ ਭਾਈ ਇਹੀ ਹੈ ਕਿ ਖਾਲਸੇ ਦੇ ਵਹੀਰ ਵਿੱਚ ਪਿੱਛੇ ਸਾਡੇ ਮਹਿਲ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਜੀ ਆ ਰਹੇ ਹੈ, ਅਤੇ ਤੁਸੀਂ ਉਹਨਾਂ ਨੂੰ ਨਾਲ ਲੈ ਲਓ। ਇਹ ਕਹਿਣ ਲੱਗਾ ਮਹਾਰਾਜ ਮੇਰਾ ਦਿੱਲੀ ਵਿਖੇ ਮੈਂ ਲੈ ਜਾਵਾਂਗਾ, ਇੱਥੇ ਰੋਪੜ ਵਿੱਚ ਜਿਹੜਾ ਹੈ ਮੇਰੇ ਸਗੇ ਸੰਬੰਧੀ ਹੈ, ਰਾਤ ਮੈਂ ਇੱਥੇ ਕਟਾ ਦਿੰਦਾ ਉਹਨਾਂ ਦੀ। ਗੁਰੂ ਕਹਿੰਦੇ ਮਹਾਰਾਜ ਭਾਈ ਠੀਕ ਹੈ, ਆ ਚੰਗੇ ਵੇਲੇ ਤੂੰ ਆਇਆ ਹੈ, ਇਹ ਤੇਰਾ ਵੇੜਾ ਹੀ ਸੀ, ਤੂੰ ਸੇਵਾ ਕਰ, ਇਹ ਤੇਰੀ ਸੇਵਾ ਹੈ। ਉਸ ਵੇਲੇ ਸਾਧ ਸੰਗਤ ਜੀ ਉਹ ਸਿੱਖ ਜਿਹੜਾ ਹੈ ਦੋਵੇਂ ਮਾਤਾਵਾਂ ਨੂੰ ਲੈ ਕੇ ਭਾਈ ਮਣੀ ਸਿੰਘ ਜੀ ਨਾਲ ਹੀ ਸਨ, ਜਿਨ੍ਹਾਂ ਨੇ ਗੁਰੂ ਘਰ ਦੀ ਬੜੀ ਸੇਵਾ ਕੀਤੀ, ਅੰਤਲੇ ਸਮੇਂ ਤੱਕ 90 ਸਾਲ ਦੀ ਉਮਰ ਤੱਕ ਸੇਵਾ ਕੀਤੀ ਹੈ, ਜਿਨ੍ਹਾਂ ਦਾ 50 ਤੋਂ ਵੱਧ ਜਿਹੜਾ ਪਰਿਵਾਰ ਸ਼ਹੀਦ ਹੋਇਆ। ਇਹਨਾਂ ਦੇ ਸਾਹਿਬ ਪਿਆਰੇ ਪੁੱਤਰ ਵੀ ਵਿੱਚ ਹੀ ਸਨ, ਅਤੇ ਭਾਈ ਮਣੀ ਸਿੰਘ ਜੀ ਨਾਲ ਅਤੇ ਮਾਤਾ ਜੀ ਨਾਲ ਉਹ ਸਿੰਘ ਜਿਹੜਾ ਨਾਲ ਲੈ ਕੇ ਤੁਰ ਪਿਆ। ਰੋਪੜ ਵਿੱਚ ਜਿਹੜਾ ਹੈ ਰਾਤ ਟਿਕਾਣਾ ਕੀਤਾ, ਜਿੱਥੇ ਟਿਕਾਣਾ ਕੀਤਾ ਉਹ ਅੱਜ ਤੱਕ ਪ੍ਰੇਮੀਆਂ ਨੂੰ ਥਾਂ ਨਹੀਂ ਲੱਭ ਸਕੀ ਜੇ ਤੱਕ ਵੀ ਉਹ ਕਿੱਥੇ ਟਿਕਾਣਾ ਕੀਤਾ ਸੀ। ਗੁਪਤੀ ਮਾਤਾ ਜੀ ਰਹੇ ਉੱਥੋਂ ਸਰਕਾਰ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਇਹ ਸਿੰਘ ਜਿਹੜਾ ਹੈ ਮਾਤਾਵਾਂ ਦੋਨਾਂ ਨੂੰ ਦਿੱਲੀ ਵਿਖੇ ਲੈ ਗਿਆ। ਮਾਤਾਵਾਂ ਦੋਨੇ ਦਿੱਲੀ ਚਲੇ ਗਈਆਂ, ਭਾਈ ਮਣੀ ਸਿੰਘ ਜੀ ਨਾਲ ਹੀ ਹੈ, ਅਤੇ ਉੱਧਰੋਂ ਨਿਕਲ ਕੇ ਅਤੇ ਇੱਧਰੋਂ ਸਤਿਗੁਰੂ ਮਹਾਰਾਜ ਜਦੋਂ ਰੋਪੜ ਵਿੱਚ ਪਹੁੰਚੇ ਹੈ, 20 ਕੋਹ ਤੱਕ ਲੋਥਾਂ ਵਿਛਾਈਆਂ, ਅਤੇ ਸਤਿਗੁਰੂ ਇੱਥੇ ਜਿਹੜਾ ਨਿਹੰਗ ਖਾਂ ਸੀ ਪਠਾਨ, ਉਹਦਾ ਰੋੜਾਂ ਦਾ ਭੱਠਾ ਸੀ, ਉੱਥੇ ਸੱਚੇ ਪਾਤਸ਼ਾਹ ਪਹੁੰਚੇ। ਇਹ ਮਜ਼ਦੂਰ ਬੈਠੇ ਅਗਲੇ ਪਾਸੇ ਜਾ ਕੇ,
ਤੇ ਗੁਰੂ ਜੀ ਨੂੰ ਵੇਖਿਆ ਤੇ ਉਹਨਾਂ ਮਖੌਲ ਜਿਹਾ ਕੀਤਾ, ਕਹਿੰਦੇ ਲਓ 10 ਪਾਤਸ਼ਾਹ ਵੀ ਆ ਗਏ ਹਨ। ਇਵੇਂ ਜਦੋਂ ਮਖੌਲ ਜਿਹਾ ਕੀਤਾ, ਗੁਰੂ ਮਹਾਰਾਜ ਜੀ ਉਸ ਵੇਲੇ ਬੀਰ ਅਸਲ ਵਿੱਚ ਹੀ ਸਨ। ਕਹਿੰਦੇ ਭਾਈ ਇੱਥੇ ਕੋਈ ਟਿਕਾਣਾ ਹੈ? ਰਹਿਰਾਸ ਸਾਹਿਬ ਦਾ ਪਾਠ ਕਰਨਾ, ਸ਼ਾਮ ਦਾ ਸਮਾਂ ਹੋ ਗਿਆ ਸੀ। ਰਹਿਰਾਸ ਸਾਹਿਬ ਦਾ ਪਾਠ ਕਰਨਾ, ਕੋਈ ਟਿਕਾਣਾ ਹੈ ਬੈਠਣ ਨੂੰ? ਉਹ ਵਿੱਚੋਂ ਮਜ਼ਦੂਰ ਬੋਲੇ, ਟੀਚਰ ਜੀ ਕਰਦੇ। ਕਹਿੰਦੇ ਜੰਗ ਦੇ ਮੈਦਾਨ ਵਿੱਚ 20 ਕੋਹ ਤੱਕ ਤੁਸੀਂ ਆਹ ਲੋਥ ਤੇ ਲੋਥ ਵਿਛਾ ਛੱਡੀ ਹੈ, ਹੁਣ ਪਤਾ ਨਹੀਂ ਕਿਹੜਾ ਰਹਿਰਾਸ ਸਾਹਿਬ ਦਾ ਪਾਠ ਕਰਨਾ ਤੁਸੀਂ। ਇਵੇਂ ਮਖੌਲ ਜਿਹਾ ਕੀਤਾ, ਇੱਥੇ ਤੇ ਭੱਠਾ ਹੀ ਹੈ, ਇਹ ਰੋਡਾਂ ਦੇ ਭੱਠੇ 'ਤੇ ਪਾਠ ਕਰ ਲਓ ਜਿਹੜਾ ਕਰਨਾ ਹੈ। ਜਦੋਂ ਗੁਰੂ ਜੀ ਨੇ ਮਖੌਲ ਕੀਤਾ, ਮਹਾਰਾਜ ਕਹਿੰਦੇ ਚੱਲ ਨੀਲਿਆ, ਜਿੱਥੇ ਜ਼ੁਲਮ ਦੀ ਭੱਠੀ ਠੰਡੀ ਕੀਤੀ ਹੈ ਉੱਥੇ ਇਹ ਵੀ ਠੰਡੀ ਭੱਠੀ ਕਰ ਦਈਏ। ਤਬ ਤੋਂ ਮਾਹੇ ਠਾੜ ਵਰਤਾਈ, ਗੁਰੂ ਜੀ ਨੇ ਤਬ ਤੇ ਵਿੱਚ ਹੀ ਠੰਡ ਵਰਤਾ ਦਿੱਤੀ ਉੱਥੇ। ਜਦੋਂ ਘੋੜੇ ਨੇ ਪੌੜ ਮਾਰਿਆ ਭੱਠ ਵਿੱਚ ਬਲਦੇ 'ਚ, ਉਹ ਭੱਠਾ ਕਹਿੰਦੇ ਸਾਧ ਸੰਗਤ ਜੀ ਉਸੇ ਵੇਲੇ ਠੰਡਾ ਹੋ ਗਿਆ। ਨਿਸ਼ਾਨੀ ਅੱਜ ਵੀ ਹੈਗੀ ਹੈ। ਅਤੇ ਸਤਿਗੁਰੂ ਮਹਾਰਾਜ, ਉਹ ਸਤਿਗੁਰੂ ਜੀ ਦਾ ਨਿਯਮ ਸੀ ਵੀ ਦੋਨੋਂ ਟਾਈਮ ਹੀ ਕੰਗਾ ਕਰਨਾ। ਇਹ ਸਾਨੂੰ ਵੀ ਹਦਾਇਤ ਹੀ ਹੈ, ਉਹ ਗੱਲ ਵੱਖਰੀ ਵੀ ਅਸੀਂ ਮਹੀਨਾ ਸਿਰ ਨਹੀਂ ਵਾਹੁੰਦੇ। ਗੁਰੂ ਜੀ ਦੇ ਐਸਾ ਵਿਖੜਾ ਸਮਾਂ ਹੈ, ਆਸਾ ਦੀ ਵਾਰ ਕੀਤੀ ਹੈ, ਨਿਤਨੇਮ 'ਚ ਫਰਕ ਨਹੀਂ ਪੈਣ ਦਿੱਤਾ ਭਾਵੇਂ ਵੈਰੀ ਕਿੰਨੇ ਹਨ। ਇਸੇ ਤਰ੍ਹਾਂ ਸ਼ਾਮ ਦਾ ਸਮਾਂ ਰਹਿਰਾਸ ਸਾਹਿਬ 'ਚ ਫਰਕ ਨਹੀਂ ਪੈਣ ਦਿੱਤਾ। ਅਤੇ ਗੁਰੂ ਮਹਾਰਾਜ ਜੀ ਜਦੋਂ ਕਹਿੰਦੇ ਭਾਈ ਅਸਾਂ ਨੇ ਕੰਘਾ ਕਰਨਾ ਹੈ, ਭਾਈ ਦਇਆ ਸਿੰਘ ਜੀ ਨੇ ਦੁਸ਼ਾਲਾ ਵਿਛਾ ਦਿੱਤਾ ਉਸ ਭੱਠ ਵਾਲੇ ਸਥਾਨ 'ਤੇ ਹੀ। ਸਤਿਗੁਰੂ ਮਹਾਰਾਜ ਜੀ ਨੇ ਜਦੋਂ ਆਪਣੇ ਕੇਸਾਂ ਵਿੱਚ ਕੰਘਾ ਕੀਤਾ, ਉਹ ਜਿਹੜੇ ਰੋਮ ਸੀਸ ਦੇ ਟੁੱਟੇ ਸਨ, ਉਹ ਰੋਮ ਗੁਰੂ ਜੀ ਨੇ ਲੈ ਕੇ ਅੰਗੂਠੇ ਨਾਲ ਭੱਠੇ ਵਿੱਚ ਦੱਬੇ, ਨਾਲੇ ਤੇੜ ਪੈ ਗਈ। ਉਹ ਅੱਜ ਵੀ ਤੇੜ ਪਈ ਹੋਈ ਉੱਥੇ ਤੁਸੀਂ ਵੇਖ ਸਕਦੇ ਆ ਜਾ ਕੇ। ਇੱਥੇ ਗੁਰੂ ਸਾਹਿਬ ਜੀ ਨੇ ਕਲਾ ਵਰਤਾਈ ਰੋਪੜ ਵਿੱਚ। ਗੁਰੂ ਮਹਾਰਾਜ ਜੀ ਇੱਥੋਂ ਚੱਲ ਕੇ ਅਤੇ ਸਾਧ ਸੰਗਤ ਜੀ ਬੂੜ ਮਾਜਰੇ ਪਹੁੰਚੇ, ਚਮਕੌਰ ਦੀ ਗੜੀ ਤੋਂ ਪਿਛਲੇ ਪਾਸੇ ਥੋੜ੍ਹਾ ਦੂਰ ਹੈ। ਅਤੇ ਸਤਿਗੁਰੂ ਜੀ ਨੂੰ ਪਤਾ ਲੱਗਾ ਵੀ ਉੱਧਰ ਖਵਾਜਾ ਮਰਦੂਦ ਔਰੰਗਜ਼ੇਬ ਦਾ ਭੇਜਿਆ 10 ਲੱਖ ਫੌਜ ਲੈ ਕੇ ਆਣ ਪਹੁੰਚਿਆ ਹੈ। ਗੁਰੂ ਮਹਾਰਾਜ ਨੇ ਸੋਚਿਆ ਵੀ ਇਹ 10 ਲੱਖ ਫੌਜ ਲੈ ਕੇ ਆਇਆ, ਜੇ ਇਹਨੂੰ ਮਿਲੇ ਨਾ ਤਾਂ ਇਹ ਕਹੂਗਾ ਵੀ ਇਹਨਾਂ ਖਰਚਾ ਵੀ ਕੀਤਾ, ਗੁਰੂ ਗੋਬਿੰਦ ਸਿੰਘ ਦੇ ਮਿਲੇ ਨਹੀਂ ਹੈ, ਇਸ ਕਰਕੇ ਇਹਨੂੰ ਮਿਲ ਕੇ ਹੱਥ ਜ਼ਰੂਰ ਦਿਖਾਉਣੇ ਚਾਹੀਦੇ ਇਹਨੂੰ। ਸਤਿਗੁਰੂ ਜੀ ਨੇ ਆਪਣਾ ਪਾਸਾ ਪਲਟ ਕੇ ਚਮਕੌਰ ਦੀ ਗੜੀ ਵੱਲ ਮਹਾਰਾਜ ਚੱਲ ਪਏ। ਉਹ ਜਿਨ੍ਹਾਂ ਦੀ ਗੜੀ ਸੀ ਉਹ ਚੌਧਰੀ ਸੀ ਪਿੰਡ ਦਾ, ਉਹ ਚੌਧਰੀ ਸਰਕਾਰ ਦਾ ਮਲਾਪੀ। ਗੁਰੂ ਮਹਾਰਾਜ ਜੀ ਨੇ ਭਾਈ ਦਇਆ ਸਿੰਘ ਹੋਣਾ ਦੇ ਹੱਥ ਸੁਨੇਹਾ ਭੇਜਿਆ ਵੀ ਉਹਨੂੰ ਕਹੋ ਵੀ ਸਾਨੂੰ ਗੜੀ ਦੇ ਦੇ। ਅਤੇ ਉਹ ਜਦੋਂ ਉਹਦੇ ਕੋਲ ਗਏ ਹੈ, ਉਹ ਬਹਾਨੇ ਨਾਲ ਹੀ ਕਹਿੰਦਾ ਜੀ ਮੈਂ ਖਾਲੀ ਹੱਥ ਹਾਂ, ਖਾਲੀ ਹੱਥ ਗੁਰੂ ਨੂੰ ਮੈਨੂੰ ਮਿਲਣਾ ਨਹੀਂ ਚਾਹੀਦਾ, ਇਸ ਕਰਕੇ ਮੈਂ ਨਹੀਂ ਆ ਸਕਦਾ। ਇਹੋ ਜਿਹਾ ਬਹਾਨਾ ਜਿਹਾ ਮਾਰਿਆ। ਭਾਈ ਦਇਆ ਸਿੰਘ ਜੀ ਨੇ 5 ਮੋਹਰਾਂ ਨੂੰ ਕੱਢ ਕੇ ਦੇ ਦਿੱਤੀਆਂ। ਕਹਿੰਦੇ ਆਹ 5 ਮੋਹਰਾਂ ਭਾਈ ਲੈ ਲਾ ਅਤੇ ਮੱਥਾ ਟੇਕ ਦੇ ਗੁਰੂ ਜੀ ਨੂੰ ਜਾ ਕੇ, ਅਤੇ ਤੂੰ ਮਿਲ। ਜਦੋਂ ਆਣ ਕੇ ਮਿਲਿਆ, ਗੱਲਾਂ ਵਿੱਚ ਇਹਨੂੰ ਪੁੱਛਿਆ ਭਾਈ ਗੜੀ ਚਾਹੀਦੀ ਹੈ ਤੇਰੀ? ਕਹਿੰਦਾ ਮਹਾਰਾਜ ਉਹ ਗੜੀ ਨਹੀਂ, ਉਹ ਤਾਂ ਮੇਰਾ ਘਰ ਹੈ, ਉੱਥੇ ਮੇਰਾ ਟੱਬਰ ਵੱਸਦਾ, ਮੈਂ ਨਹੀਂ ਦੇ ਸਕਦਾ। ਇਹ ਜਵਾਬ ਦਿੱਤਾ। ਲੋਕ ਬੜੇ ਦਰਸ਼ਨ ਕਰ ਰਹੇ ਸਨ ਆ ਕੇ। ਉੱਥੇ ਹੀ ਇਹਦਾ ਭਰਾ ਸੀ ਇੱਕ ਗਰੀਬੂ ਨਾਮ ਦਾ ਜ਼ਿਮੀਂਦਾਰ ਹੀ ਇਹਦਾ ਚੌਧਰੀ ਦਾ, ਉਹ ਆ ਗਿਆ, ਮੱਥਾ ਟੇਕਿਆ। ਕਹਿੰਦਾ ਮਹਾਰਾਜ ਆਪ ਜੀ ਦਿਆਲੂ ਕਿਰਪਾਲੂ ਹੋ, ਸਭ ਨੂੰ ਥਾਂ ਦੇਣ ਵਾਲੇ ਹੋ, ਸੱਚਾ ਪਾਤਸ਼ਾਹ ਇਹ ਗੜੀ ਜਿਹੜੀ ਹੈ ਇਹਦੇ ਵਿੱਚ ਅੱਧ ਮੇਰਾ ਵੀ ਹੈ, ਪਰ ਮੇਰਾ ਭਰਾ ਜਿਹੜਾ ਉਹ ਸਰਕਾਰੀ ਹਦਾਇਤ ਦੇ ਨਾਲ ਮੈਨੂੰ ਛੋਹਣ ਨਹੀਂ ਦਿੰਦਾ। ਆਪ ਜੀ ਚਲੋ, ਮੈਂ ਆਪ ਜੀ ਨੂੰ ਆਪਣੇ ਘਰ ਥਾਂ ਹੀ ਪ੍ਰਵੇਸ਼ ਕਰਾ ਦਿਆਂ ਗੜੀ ਦੇ ਵਿੱਚ। ਜਦੋਂ ਸਤਿਗੁਰੂ ਜੀ ਨੂੰ ਉਹਨੇ ਗਰੀਬੂ ਜੱਟ ਨੇ ਕਿਹਾ, ਗੁਰੂ ਜੀ ਨੇ ਉਸੇ ਤਰ੍ਹਾਂ ਚੌਧਰੀ ਨੂੰ ਬਾਹਰ ਕਰਕੇ ਫਿਰ ਉਹਦੇ ਵਿੱਚ ਪ੍ਰਵੇਸ਼ ਕਰ ਲਿਆ। ਗੜੀ ਦੇ ਵਿੱਚ ਜਦੋਂ ਪ੍ਰਵੇਸ਼ ਕੀਤਾ, 2 ਇਹਦੀਆਂ ਛੱਤਾਂ ਸੀ। ਉੱਪਰਲੀ ਛੱਤ 'ਤੇ ਗੁਰੂ ਜੀ ਨਾਲ 40 ਤੋਂ ਵੱਧ ਥੋੜ੍ਹੇ ਸਿੰਘ ਸਨ, ਪੂਰੇ 40 ਨਹੀਂ, 40 ਤੇ ਸ਼ਹੀਦ ਹੋ ਗਏ ਸਨ। 3 ਮਹਾਰਾਜ ਜੀ ਨਾਲ ਫਿਰ ਗਏ ਹੈ, ਇਵੇਂ 44-45 ਦੇ ਕਰੀਬ ਹੈ ਸੀ। ਅਤੇ ਉੱਥੇ ਜਦੋਂ ਗੜੀ ਉੱਪਰ ਪਹੁੰਚੇ, ਉਹਨੇ ਨੂੰ ਜਿਹੜੀ ਹੈ ਪਹਾੜੀਆਂ 22 ਧਾਰ ਦੇ ਪਹਾੜੀਆਂ ਦੀ ਫੌਜ ਮਗਰ ਲੱਗੀ, ਉਹ ਵੀ ਪਹੁੰਚੀ। ਉੱਥੇ ਮੁਗਲਾਂ ਦੀ ਫੌਜ ਪਹੁੰਚੀ, ਖਵਾਜਾ ਮਰਦੂਦ ਦੀ 10 ਲੱਖ ਫੌਜ ਪਹੁੰਚੀ। ਆਪਾਂ 10 ਲੱਖ ਦਾ ਘੇਰਾ ਕਹਿੰਦੇ ਹਾਂ। ਜ਼ਫਰਨਾਮੇ ਵਿੱਚ ਮਹਾਰਾਜ ਜੀ ਨੇ ਲਿਖਿਆ ਵੀ 10 ਲੱਖ ਤੋਂ ਵੀ ਵੱਧ ਭਾਵ ਬੇਖਬਰ ਫੌਜ ਸੀ ਉੱਥੇ।
ਜਿਹਦੀ ਕੋਈ ਖਬਰ ਨਹੀਂ। ਪਹਿਲਾਂ ਹੀ 9 ਲੱਖ ਸੀ, ਉਹਨਾਂ ਵਿੱਚੋਂ ਕੁਝ ਇਹਨਾਂ ਦੀ ਫੌਜ ਮਰੀ ਹੈ ਅਤੇ ਬਾਕੀ ਹੈਗੀ ਸੀ ਉਹ ਵੀ, ਅਤੇ 10 ਲੱਖ ਦਿੱਲੀ ਤੋਂ ਆਈ ਖਵਾਜਾ ਮਰਦੂਦ ਦੀ। ਘੇਰਾ ਪਿਆ, ਗੁਰੂ ਸਾਹਿਬ ਜੀ ਗੜ੍ਹੀ ਉੱਪਰ ਬਿਰਾਜਮਾਨ, ਸਿੰਘ ਵੀ ਨਾਲ ਬਿਰਾਜਮਾਨ, ਇਹਨਾਂ ਨੂੰ ਦਿਸ ਰਹੇ ਸਨ। ਪਰ ਫਿਰ ਵੀ ਸਾਧ ਸੰਗਤ ਜੀ ਕਿਸੇ ਦੀ ਦਲੇਰੀ ਨਹੀਂ ਸੀ ਪੈਂਦੀ ਵੀ ਜਾ ਕੇ ਗੜ੍ਹੀ ਵਿੱਚੋਂ ਕੱਢ ਹੀ ਲਿਆਉਣ, ਕਿਹਦੀ ਹਿੰਮਤ ਨਾ ਪਵੇ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ। ਸੱਚੇ ਪਾਤਸ਼ਾਹ ਬੈਠੇ ਹੋਏ ਸਿੰਘਾਂ ਨੂੰ ਕਿਹਾ, ਭਾਈ ਤੁਹਾਨੂੰ 2 ਦਿਨ ਦਾ ਸਮਾਂ ਕਿਹਾ ਸੀ, ਤੁਸੀਂ ਕਿਸੇ ਨੇ ਮੰਨਿਆ ਨਹੀਂ। ਉਦੋਂ ਨਿਆਣਿਆਂ ਵਾਂਗ ਅੜੀ ਕੀਤੀ ਹੈ, ਨਹੀਂ ਮਹਾਰਾਜ ਰਹਿਣਾ ਜਾਣਾ ਹੀ ਜਾਣਾ ਹੈ। ਇਹ ਤਾਂ ਤੁਸਾਂ ਨੇ ਤੁਰਕਾਂ ਦੇ ਅਤੇ ਹਿੰਦੂਆਂ ਦੇ ਕਸਮ ਦਾ ਨੇਮ ਜਿਹੜਾ ਮੰਨਿਆ, ਨਿਯਮ, ਉਹ ਤੁਹਾਨੂੰ ਚੰਗਾ ਲੱਗਾ। ਸਾਡੇ ਬਚਨ ਤੁਸਾਂ ਨੇ ਅਜਾਈ ਸਮਝੇ, ਤਾਂ ਹੀ ਉਹ ਇੰਨਾ ਨੁਕਸਾਨ ਹੋਇਆ ਹੈ। ਹੁਣ ਗੁਰੂ ਜੀ ਕਹਿੰਦੇ, ਭਾਈ ਵੇਖ ਲਓ ਘੇਰਾ ਪਿਆ ਹੋਇਆ, ਕੁਰਬਾਨੀ ਦੇਣ ਦਾ ਸਮਾਂ, ਹੁਣ ਸਿੱਧੇ ਹੋ ਕੇ ਕੁਰਬਾਨੀ ਦਿਓ ਸਾਰੇ। ਇਹ ਗੱਲ ਕਹਿ ਦਿੱਤੀ। ਫਿਰ ਸਿੰਘ ਗੁਰੂ ਕੇ ਭਾਈ ਆਲਮ ਸਿੰਘ ਹੋਣੀ, ਭਾਈ ਅਜਬ ਸਿੰਘ, ਅਜੈਬ ਸਿੰਘ, ਭਾਈ ਉਦੇ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਮਣੀ ਸਿੰਘ ਦੇ ਸਪੁੱਤਰ ਸਨ, ਅਤੇ ਭਾਈ ਮਾਨ ਸਿੰਘ ਜੋ ਗੁਰੂ ਕੇ ਚੌਰ ਬਰਦਾਰ ਸਨ। ਇਹ ਸਾਰੇ ਸਿੰਘ ਨਾਲ 2 ਪਿਆਰੇ ਮਹਾਰਾਜ ਜੀ ਦੇ ਵੱਡੇ, 5 ਪਿਆਰੇ, 2 ਸਾਹਿਬਜ਼ਾਦੇ ਬਿਰਾਜਮਾਨ। ਸਾਧ ਸੰਗਤ ਜੀ ਉਸ ਵੇਲੇ ਤਿਆਰੀ ਬਿਆਰੀ ਕਰਕੇ ਜੰਗ ਦੇ ਮੈਦਾਨ ਵਿੱਚ ਡਟਣ ਲਈ ਗੁਰੂ ਕੀ ਆਗਿਆ ਲੈ ਕੇ ਸ਼ੁਰੂ ਜੰਗ ਕਰ ਦਿੱਤਾ। ਫਿਰ ਐਸਾ ਜੰਗ ਮਚਿਆ। ਸਭ ਤੋਂ ਪਹਿਲਾਂ 5 ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਜੀ ਗਏ ਹੈ, ਜਿਨ੍ਹਾਂ ਨੇ ਜਾ ਕੇ ਜੰਗ ਦੇ ਮੈਦਾਨ ਵਿੱਚ ਥੜਥੱਲੀ ਮਚਾ ਦਿੱਤੀ। ਵੈਰੀਆਂ ਦੇ ਆਹੂ ਲਾਏ ਚੰਗੇ। ਲੜਦਿਆਂ ਲੜਦਿਆਂ ਅਖੀਰੀ ਭਾਈ ਹਿੰਮਤ ਸਿੰਘ ਜੀ ਨੇ ਅਖੀਰਲੀ ਫਤਿਹ ਗਜਾ ਕੇ ਅਤੇ ਆਪਣਾ ਸਰੀਰ ਗੁਰੂ ਕੇ ਚਰਨਾਂ ਵਿੱਚ ਬਿਰਾਜਮਾਨ ਕਰ ਦਿੱਤਾ। ਉਸ ਤੋਂ ਬਾਅਦ ਭਾਈ ਸਾਹਿਬ ਸਿੰਘ ਜੀ ਗਏ ਆਪਣੇ ਜੱਥੇ ਸਮੇਤ, ਜੋ ਭਗਤ ਸੈਣ ਜੀ ਦੇ ਅਵਤਾਰ ਹਨ। ਜੋ ਭਗਤ ਸੈਣ ਜੀ ਨੇ, ਉਹਨਾਂ ਦੀ ਨੌਕਰੀ ਕਰਨ ਵਾਸਤੇ ਜੋ ਪਰਮੇਸ਼ਰ ਨੇ ਰਾਜੇ ਦੀ ਮੁੱਠੀ ਚਾਪੀ ਕੀਤੀ ਸੀ, ਅਤੇ ਭਗਤ ਸੈਣ ਨੇ ਬੰਦਗੀ ਕੀਤੀ ਸੀ। ਕਿਹਾ, ਮਹਾਰਾਜ ਮੇਰੀ ਸੇਵਾ ਕੀ ਹੈ? ਇਹੀ ਕਿਹਾ ਸੀ, ਤੁਹਾਡੀ ਸੇਵਾ ਕਲਯੁੱਗ ਦੇ ਵਿੱਚ ਹੁਣ ਭਾਈ ਜਦੋਂ ਅਸੀਂ 10ਵਾਂ ਅਵਤਾਰ ਧਾਰਾਂਗੇ ਉਦੋਂ ਲਵਾਂਗੇ ਤੁਹਾਡੇ ਕੋਲ ਸੇਵਾ। ਉਹ ਭਾਈ ਸਾਹਿਬ ਸਿੰਘ ਸੈਣ ਭਗਤ ਦੇ ਅਵਤਾਰ। ਦੂਸਰੇ ਨੰਬਰ 'ਤੇ ਗਏ, ਬੇਅੰਤ ਲੋਥਾਂ ਵਿਛਾ ਕੇ ਵੈਰੀਆਂ ਦੇ ਉਹਨਾਂ ਨੇ ਸ਼ਹੀਦੀ ਪਾਈ। ਤੀਸਰੇ ਸਥਾਨ 'ਤੇ ਭਾਈ ਮੋਹਕਮ ਸਿੰਘ ਜੀ ਗਏ ਜੰਗ ਦੇ ਮੈਦਾਨ ਵਿੱਚ, ਜੋ ਭਗਤ ਨਾਮਦੇਵ ਜੀ ਦੇ ਅਵਤਾਰ ਹਨ। ਜੋ ਭਗਤ ਨਾਮਦੇਵ ਜੀ ਦੀ ਪਰਮੇਸ਼ਰ ਨੇ ਛਪਰੀ ਬੰਨੀ, ਗਊ ਜਿਉਂਦੀ ਕੀਤੀ, ਹੋਰ ਕਈ ਕੌਤਕ, ਮੰਦਰ ਘੁਮਾਇਆ ਅਤੇ ਸੇਵਾ ਉਸ ਵੇਲੇ ਕਿਹਾ ਸੀ ਭਗਤ ਨਾਮਦੇਵ ਨੂੰ ਵੀ ਹੁਣ ਤੁਹਾਡੀ ਸੇਵਾ ਅਸੀਂ 10ਵੇਂ ਅਵਤਾਰ ਵਿੱਚ ਲਵਾਂਗੇ ਆ ਕੇ ਆਪ। ਉਹ ਭਗਤ ਨਾਮਦੇਵ ਜੀ ਦੇ ਅਵਤਾਰ ਭਾਈ ਮੋਹਕਮ ਸਿੰਘ ਜੀ, ਸਾਧ ਸੰਗਤ ਜੀ, ਤੀਜੇ ਨੰਬਰ 'ਤੇ ਉਹ ਆਏ। ਉਹਨਾਂ ਨੇ ਜੰਗ ਦੇ ਮੈਦਾਨ ਵਿੱਚ ਐਸੇ ਵੈਰੀਆਂ ਨੂੰ ਹੱਥ ਦਿਖਾਏ ਅਤੇ ਵੈਰੀਆਂ ਦੀ ਤਹਿਸ ਨਹਿਸ ਕਰਕੇ, ਮਾਰ ਖਤਮ ਕਰਕੇ ਆਪ ਅਖੀਰਲੀ ਫਤਿਹ ਬੁਲਾ ਕੇ ਸ਼ਹੀਦੀ ਪਾਈ। ਇਸ ਤਰ੍ਹਾਂ 32 ਸਿੰਘ ਜਦੋਂ ਸ਼ਹੀਦ ਹੋਏ ਹੈ, 32 ਸਿੰਘਾਂ ਤੋਂ ਬਾਅਦ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਮਹਾਰਾਜ ਜੀ ਕੇ ਵੱਡੇ ਸਾਹਿਬਜ਼ਾਦੇ ਮਹਾਂਪੁਰਖਾਂ ਨੇ ਦੱਸਿਆ 16 ਸਾਲ ਦੀ ਉਮਰ ਸੀ, ਬਾਬਾ ਅਜੀਤ ਸਿੰਘ ਜੀ ਜਿਹੜੇ ਹੈ ਆਏ ਹਨ। ਹੱਥ ਜੋੜ ਕੇ ਖੜ ਕੇ ਕਿਹਾ, ਮਹਾਰਾਜ ਕਿਰਪਾ ਕਰੋ, ਆਗਿਆ ਬਖਸ਼ੋ। 3 ਪਿਆਰੇ ਵੀ ਸ਼ਹੀਦ ਹੋ ਗਏ ਹਨ, ਸਾਰੇ 32 ਸਿੰਘ ਸ਼ਹੀਦ ਹੋ ਗਏ, ਹੁਣ ਆਗਿਆ ਬਖਸ਼ੋ, ਧਰਮ ਲਈ ਮੈਂ ਵੀ ਕੁਰਬਾਨ ਹੋਵਾਂ। ਜਦੋਂ ਇਹ ਬਚਨ ਕਹੇ, ਸਤਿਗੁਰੂ ਮਹਾਰਾਜ ਬੜੇ ਪ੍ਰਸੰਨ ਹੋਏ ਹੈ। ਉਹ ਪ੍ਰਸੰਨ ਹੋ ਕੇ ਦੇਖਿਆ ਹੈ, ਉਸ ਵੇਲੇ ਬਾਬਾ ਅਜੀਤ ਸਿੰਘ ਜੀ ਨੇ ਇਹ ਕਿਹਾ, ਮਹਾਰਾਜ ਆਪ ਜੀ ਨੇ ਧੁਰਕੀ ਬਾਣੀ ਦੇ ਵਿੱਚ ਭਗਤ ਕਬੀਰ ਮਹਾਰਾਜ ਜੀ ਨੇ ਤੁਕਾਂ ਲਿਖੀਆਂ ਕਿ ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੈ ਘਾਓ, ਖੇਤ ਜੋ ਮਾਂਡਿਓ ਸੂਰਮਾ, ਅਬ ਜੂਜਨ ਕੋ ਦਾਓ, ਸੂਰਾ ਸੋ ਪਹਿਚਾਨੀਐ, ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ, ਕਬਹੂ ਨਾ ਛਾੜੈ ਖੇਤ। ਇਹ ਮਹਾਰਾਜ ਬਚਨ ਲਿਖੇ ਆਪ ਜੀ ਨੇ। ਆਪ ਜੀ ਕਿਰਪਾ ਕਰੋ, ਆਗਿਆ ਬਖਸ਼ੋ, ਧਰਮ ਲਈ ਕੁਰਬਾਨ ਹੋ ਜਾਈਏ। ਸਤਿਗੁਰੂ ਮਹਾਰਾਜ ਪ੍ਰਸੰਨ ਹੋ ਕੇ ਸਾਧ ਸੰਗਤ ਜੀ ਉਸ ਵੇਲੇ
ਬਾਬਾ ਅਜੀਤ ਸਿੰਘ ਜੀ ਦੀ ਪਿੱਠ ਠੋਕ ਕੇ ਬੜੇ ਪ੍ਰੇਮ ਨਾਲ ਕਿਹਾ, ਸਪੁੱਤਰ ਅਜੀਤ ਸਿੰਘ, ਇਹ ਛਤਰੀ ਦਾ ਧਰਮ ਹੀ ਹੈ ਵੀ ਧਰਮ ਲਈ ਕੁਰਬਾਨ ਹੋਣਾ। ਛਤਰੀ ਇਹੀ ਮੰਗਦੇ ਹੈ, ਦੇਹ ਸ਼ਿਵਾ ਬਰ ਮੋਹ ਇਹ ਹੈ, शुभ कर्मन ते कबहू ना टरो, ना डरो और सो जब जाए लरो, निश्चय कर अपनी जीत करो, जब आवकी औद निधान बने अत हीरण में तब जूझ मरो। ये छतरी का धर्म है पुत्र, ये तुसा ने जो क्या है बिल्कुल ठीक ही किया है। ये धर्म लिए मरना ही जिहड़ा है संसार के उपर सही आना है। उस वेले बाबा अजीत सिंह जी नूं तैयार किया, मत्था टेक के महाराज जी की आग्या पा के ਸਿੰਘਾਂ ਪੰਜਾਂ ਦੇ ਸਮੇਤ बाबा अजीत सिंह जी जंग ਵਿੱਚ गए। 5 ਸਿੰਘਾਂ ने गुरु की ये कला जो गुरु जी ने बचन किए सन कि 1.25 लाख से एक लड़ाऊँ, तबे गोबिंद सिंह नाम कहाऊँ, चिड़ियाँ तो मैं बाज टड़ाऊँ, तबे गोबिंद सिंह नाम कहाऊँ, शेरां तो मैं गिद्दड़ बनाऊँ, तबे गोबिंद सिंह नाम कहाऊँ। ये जिहड़े बचन कहे हैं वो बचन गुरु के सिंघां ने पूरे किए हैं। सूरमे गुरु के सिंह ऐसी जंग करते हैं, जंग करदे उत्थे वो लत्थड़ पत्थर मचा देंदे हैं। वैरियां को खलोता नहीं जाता, किसी की हिम्मत नहीं है भी 2-4 जाने एक सिंह नाल लड़ पैण। जिधर सूरमा सिंह जाता है उधर ही वो खिंड पुंड जाते, भज्जो भज्जू कर देंदे हैं, रौला पाउंदे निकल जाते हैं। तो गुरु के सिंह इस तरह शहीदियाँ पा रहे। 5 प्यारे जिहड़े गए, इस बाबा अजीत सिंह ना बेअंत वैरियां नूं मार के लोथ ते लोथ, सत्थर ते सत्थर चढ़ा के साध संगत जी शहीदी पा ली। जदों वो सिंघां ने शहीदी पाई है, गुरु गोबिंद सिंह महाराज सारा कुछ देख रहे सन। उस वेले कहंदे बाबा अजीत सिंह जी ने साध संगत जी ऐसी तलवार चलाई है, बेअंत वैरियां दे आहू लाए। इन्ने उथे किसी नवाब की हिम्मत नहीं पैंदी भी सीधा होकर लड़ पवे, अगे अगे ला के नठदे रहे। ते मुसलमान उच्ची उच्ची ये गल कहते रहे, हल्ला इनका कहर खुदाए, या अल्लाह हल्ला इनका सहा ना जाए। इन्हां दा हे खुदा, इन्हां दा ते हल्ला ही ਕਹਿ ਰਹੀ है निरा, ये तो सह नहीं जाता। तो भजते रहे साध संगत जी। बाबा अजीत सिंह अगे इवें भजते हैं जिवें हवा दे नाल बदल भजते हैं। बाबा अजीत सिंह दे मानो इवें जिवें हवा ही आ रही है, तो वैरी इवें जिवें बदल भज रहे हैं। बाबा अजीत सिंह जी मैदाने जंग विच इवें फिर रहे हैं जिवें बदलों दे विच बिजली फिरदी है, इवें विचर रहे हैं जिवें बदलों नूं चीर के बिजली जिहड़ी है साध संगत जी वो प्रकाश करती है। इस तरह बाबा अजीत सिंह जी की जिहड़ी श्री साहब है, बैरियां दे शरीरां नूं कट कट के इवें श्री साहब लिसकदी है। तो भाई संतोख सिंह जी ने गल ही हुई है, कहते बाबा अजीत सिंह जी की तलवार तो इवें चमकदी नहीं, तो बिजली भी नहीं चमकदी है। गुरु के साहिबजादियां ने ऐसी थरथली मचाई, बेअंत वैरी जो मार दिते, सत्थर ते सत्थर चढ़ा दिता, रुंड मुंड उत्थे फैला दिते, अंग पैर ला दिते कईयां दे। लड़द्यां लड़द्यां सारे शस्त्र ही टुट गए हैं। जो सारे शस्त्र ही टुट गए, साध संगत जी उस वेले ये नहीं कहा भी शस्त्र टुट गए हुण की करिए। गुरु के सूरा सो पहचानिए जो लरै दीन के हेत, पुरजा पुरजा कट मरे कबहू ना छाड़े खेत। खेत ना जिहड़ा मैदान ना छड्डे वो सूरमा हुंदा। बाबा अजीत सिंह जी ने उस वेले जो शस्त्र सारे टुट गए, कमर कसे विचों कटार ही कढ़ लई है। कटार कढ़ी, एक नवाब पालकी विच चढ़िया जांदा सी, भज के जाके नवाब की पालकी तो फड़ के खिंच के बाहर तो उहदी वक्खी विच कटार धस दिती। जो कटार धसी है, ये वैरियां तो उदों जोर पै गया। इन्हां ने साध संगत जी दुश्मनां ने उस वेले गोलियां चलातियां बड़ियां, ये बंदूकां दे वार कीते, गोलियां चला के तीर कमान छड्डे,
ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 187 ਛੇਕਾਂ ਵਾਲਾ ਗੰਗਾ ਸਾਗਰ ਸੀ, ਉਹ ਗੰਗਾ ਸਾਗਰ ਵਾਂਗੂ ਸਾਰਾ ਸਰੀਰ ਹੀ ਛਾਨਣੀ ਕਰ ਦਿੱਤਾ ਹੈ। ਜਦੋਂ ਸਾਹਿਬਜ਼ਾਦਾ ਸਰੀਰ ਛਾਨਣੀ ਹੋ ਗਿਆ, ਉਸ ਵੇਲੇ ਗੁਰੂ ਮਹਾਰਾਜ ਜੀ ਦੇ ਵੇਖਦਿਆਂ ਵੇਖਦਿਆਂ ਸਤਿਗੁਰੂ ਜੀ ਦੇ ਸਾਹਿਬਜ਼ਾਦੇ ਨੇ ਸਾਧ ਸੰਗਤ ਜੀ ਅੰਤਲੀ ਫਤਿਹ ਬੁਲਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਫਤਿਹ ਬੁਲਾ ਕੇ ਸ਼ਹੀਦੀ ਪਾਈ। ਵੈਰੀ ਜਿਹੜੇ ਹੈ ਉਹਨਾਂ ਦੇ ਵੇਖਦਿਆਂ ਵੇਖਦੇ ਸਾਹਿਬਜ਼ਾਦਿਆਂ ਦਾ ਸਰੀਰ ਅਲੋਪ ਹੋ ਗਿਆ, ਉਹ ਸਰੀਰ ਦਿਖਿਆ ਹੀ ਨਹੀਂ ਇਹਨਾਂ ਨੂੰ। ਜਦੋਂ ਸਾਹਿਬਜ਼ਾਦੇ ਨੇ ਸ਼ਹੀਦੀ ਪਾਲੀ ਵੱਡਿਆਂ ਨੇ, ਸਾਧ ਸੰਗਤ ਜੀ ਉਸ ਵੇਲੇ ਗੁਰੂ ਕੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਜੀ, ਜਿਨ੍ਹਾਂ ਦੀ ਛੋਟੀ ਉਮਰ ਹੈ, ਮਹਾਰਾਜ ਜੀ ਦੇ ਸਾਹਮਣੇ ਆ ਗਏ। ਕਿਹਾ ਮਹਾਰਾਜ ਜੀ ਕਹਿੰਦੇ ਸਨ, ਪਿਤਾ ਜੀ ਨਹੀਂ ਕਹਿੰਦੇ ਸਨ, ਕਹਿੰਦੇ ਮਹਾਰਾਜ ਜਿੱਧਰ ਵੱਡਾ ਵੀਰ ਸਧਾਇਆ ਹੈ ਉੱਧਰ ਹੀ ਮੈਂ ਜਾਣਾ ਹੈ, ਆਪ ਜੀ ਆਗਿਆ ਕਰੋ ਮੈਨੂੰ। ਗੁਰੂ ਮਹਾਰਾਜ ਉਸ ਵੇਲੇ ਬੜੇ ਪ੍ਰਸੰਨ ਹੋਏ। ਕਿਹਾ ਸੁਪੁੱਤਰ ਜੁਝਾਰ ਸਿੰਘ, ਧੰਨ ਜੀਓ ਤਿਹ ਕੋ ਜਗ ਮੈਂ, ਮੁਖ ਤੇ ਹਰ ਚਿੱਤ ਮੈਂ ਜੁਧ ਵਿਚਾਰੈ, ਦੇਹ ਅਨਿਤ ਨਾ ਨਿਤ ਰਹਿ, ਜਸ ਨਾਵ ਚੜ੍ਹੇ ਭਵ ਸਾਗਰ ਤਾਰੇ। ਪੁੱਤਰ ਧੰਨ ਹੈ ਉਹ ਸੰਸਾਰ ਦੇ ਵਿੱਚ ਜਿਨ੍ਹਾਂ ਦੇ ਮੂੰਹ ਵਿੱਚ ਰੱਬ ਦਾ ਨਾਮ ਹੈ ਤੇ ਚਿੱਤ ਵਿੱਚ ਜੋਧੀ ਚਾਹੁੰਦੇ ਹਮੇਸ਼ਾ। ਉਹ ਧੰਨ ਹਨ ਉਹ ਮਹਾਂਪੁਰਖ, ਉਹ ਸੂਰਮੇ। ਇਹ ਸਰੀਰ ਕਿਹਦੇ ਸਦਾ ਕਾਇਮ ਰਹਿਣੇ ਹੈ? ਸਰੀਰ ਨਾ ਕਿਸੇ ਦਾ ਰਿਹਾ ਤੇ ਨਾ ਰਹਿਣਾ ਹੀ ਹੈ। ਇਹ ਤੇ ਦੇਹ ਹੈ ਹੀ ਅਨਿੱਤ ਹੈ, ਮੁੱਕ ਜਾਣ ਵਾਲੀ ਹੈ। ਅੱਜ ਨਹੀਂ ਕੱਲ੍ਹ ਨਹੀਂ 10-20 ਸਾਲਾਂ ਨੂੰ ਜਾਣੀ ਹੈ। ਪੁੱਤਰ ਤੁਸਾਂ ਨੇ ਛਤਰੀਆਂ ਵਾਲੀ ਕਰਕੇ ਵਿਖਾਈ ਹੈ। ਇਸ ਕਰਕੇ ਧਰਮ ਦੇ ਯੁੱਧ ਵਿੱਚ ਕੁਰਬਾਨੀ ਦੇ ਕੇ ਛਤਰੀਆਂ ਵਾਂਗ ਜੂਝ ਕੇ ਜਸ ਫੈਲਾਓ, ਜਸ ਖੱਟੋ। ਇਸ ਤਰ੍ਹਾਂ ਗੁਰੂ ਕੀ ਆਗਿਆ ਪਾ ਕੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਗਏ ਹੈ। ਉੱਥੇ ਬੇਅੰਤ ਵੈਰੀਆਂ ਦੇ ਨਾਲ ਜਿਹੜਾ ਘਮਸਾਨ ਦਾ ਯੁੱਧ ਕੀਤਾ। ਕਿਸੇ ਵਿਦਵਾਨ ਨੇ ਲਿਖਿਆ, ਕਹਿੰਦੇ ਛੋਟੇ ਹਥਿਆਰ ਬਾਹਾਂ ਛੁਟੇਰੀਆਂ, ਇਹ ਮਾਰਦਾ ਜਾਂਦਾ ਜੈਸੇ ਬਾਜ ਬਟੇਰੀਆਂ। ਜਿਸ ਤਰ੍ਹਾਂ ਬਾਜ ਬਟੇਰੇ ਮਾਰਦਾ ਜਾਂਦਾ ਹੈ, ਇਸੇ ਤਰ੍ਹਾਂ ਸਾਹਿਬਜ਼ਾਦੇ ਜੀ ਦੇ ਛੋਟੀਆਂ ਬਾਹਾਂ ਹੈ, ਛੋਟੇ ਹੀ ਸ਼ਸਤਰ ਹੈ, ਪਰ ਵੈਰੀ ਪਤਾ ਨਹੀਂ ਕਿੰਨੇ ਕੁ ਮਾਰ ਦਿੱਤੇ ਹੈ। ਸਤਿਗੁਰੂ ਜੀ ਨੂੰ ਪ੍ਰਸੰਨ ਕਰ ਦਿੱਤਾ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਵੀ ਅਖੀਰੀ ਬੇਅੰਤ ਵੈਰੀਆਂ ਨੂੰ ਮਾਰ ਕੇ ਸਾਧ ਸੰਗਤ ਜੀ ਸ਼ਹੀਦੀ ਪਾ ਗਏ ਸਤਿਗੁਰੂ ਜੀ ਦੇ ਦੇਖਦਿਆਂ। ਜਦੋਂ ਦੋਨੋਂ ਹੀ ਸਾਹਿਬਜ਼ਾਦੇ ਸ਼ਹੀਦ ਹੋਏ ਹੈ, ਗੁਰੂ ਮਹਾਰਾਜ ਉਸੇ ਵੇਲੇ ਆਪ ਜੰਗ ਵਿੱਚ ਉਤਰਨ ਲਈ ਤਿਆਰ ਹੋ ਗਏ। ਜਦੋਂ ਜੰਗ ਵਿੱਚ ਉਤਰਨ ਲਈ ਤਿਆਰ ਹੋ ਗਏ, ਗੁਰੂ ਮਹਾਰਾਜ ਕੇ ਸਾਹਿਬਜ਼ਾਦੇ ਭਾਈ ਦਇਆ ਸਿੰਘ, ਧਰਮ ਸਿੰਘ ਹੋਣੀ ਗੁਰੂ ਮਹਾਰਾਜ ਚਰਨੀ ਪੈ ਗਏ। ਸੱਚਾ ਪਾਤਸ਼ਾਹ ਆਪ ਜੀ ਦੇ ਨਾਲ ਹੀ ਪੰਥ ਹੈ। ਜੇ ਤੁਸੀਂ ਸਲਾਮਤ ਹੋ, ਪੰਥ ਸਲਾਮਤ ਹੈ। ਜੇ ਗੁਰੂ ਜੀ ਤੁਸੀਂ ਜੰਗ ਵਿੱਚ ਜੂਝ ਗਏ, ਪੰਥ ਦਾ ਵਾਲੀ ਕੌਣ ਰਹੇਗਾ ਇੱਥੇ? ਜੇ ਆਪ ਸਾਡਾ ਹਰ ਬਚਨ ਮੰਨਦੇ ਹੋ, ਅਨੰਦਪੁਰ ਸਾਹਿਬ ਛੱਡ ਦਿੱਤਾ ਗੁਰੂ ਮਹਾਰਾਜ ਸਾਡੇ ਬਚਨਾਂ ਕਰਕੇ, ਸਰਬੰਸ ਵਾਰ ਦਿੱਤਾ ਹੈ। ਇੱਕ ਬਚਨ ਮੰਨ ਲਓ, ਗੁਰੂ ਮਹਾਰਾਜ ਗੜੀ ਛੱਡ ਕੇ ਆਪ ਜੀ ਚਲੇ ਜਾਓ। ਜੇ ਤੁਸੀਂ ਕਾਇਮ ਹੋ, ਸਿੱਖ ਹੋਰ ਬਣ ਜਾਣਗੇ, ਪਰ ਸਾਨੂੰ ਗੁਰੂ ਨਹੀਂ ਹਜੇ ਮਿਲਣਾ ਹੈ। ਜਦੋਂ ਇਹੋ ਜਿਹੀਆਂ ਬੇਨਤੀਆਂ ਕੀਤੀਆਂ ਅਤੇ ਨਾਲ ਭਾਈ ਦਇਆ ਸਿੰਘ ਜੀ ਨੇ ਮਨ 'ਚ ਸ਼ੰਕਾ ਕਰ ਲਈ ਕਿ ਮਹਾਰਾਜ ਅਸੀਂ ਤਾਂ ਮੁੱਠੀ ਭਰ ਸਿੰਘ ਹਾਂ, ਉਹ ਵੈਰੀਆਂ ਦੀ ਫੌਜ ਇੰਨੀ ਹੈ, ਆਪਾਂ ਕਿਵੇਂ ਜੇ ਇਹਨਾਂ ਨੂੰ ਮਾਰ ਸਕਦੇ ਹਾਂ? ਗੁਰੂ ਸਾਹਿਬ ਜੀ ਨੇ ਕਿਹਾ ਭਾਈ ਦਇਆ ਸਿੰਘ ਵੇਖ ਅਸੀਂ ਜੰਗ ਕਰਦੇ ਹਾਂ। ਉਸ ਵੇਲੇ ਗੁਰੂ ਸਾਹਿਬ ਜੀ ਨੇ ਤੀਰ ਮਾਰਿਆ ਜਿਹੜਾ 10,000 ਨੂੰ ਵਿੰਨ ਕੇ ਲੰਘਿਆ ਹੈ। ਇੱਕੋ ਤੀਰ ਨਾਲ 10,000 ਨੂੰ ਵਿੰਨਤਾ। ਸਾਧ ਸੰਗਤ ਜੀ ਉੱਥੇ ਲੋਥ ਤੇ ਲੋਥ ਚੜ੍ਹ ਗਈ ਅਤੇ ਥਾਂ ਨਾ ਮਿਲੇ, ਇੱਕਦਮ ਹੀ ਅਮਨ ਚੈਨ ਛਾ ਗਿਆ ਵੈਰੀਆਂ ਦੇ ਵਿੱਚ। ਅਤੇ ਉਸ ਵੇਲੇ ਭਾਈ ਦਇਆ ਸਿੰਘ ਮਹਾਰਾਜ ਦੇ ਚਰਨੀ ਪੈ ਗਏ। ਸੱਚਾ ਪਾਤਸ਼ਾਹ ਤੁਸੀਂ ਧੰਨ ਹੋ, ਤੁਹਾਡੇ ਕਰਨ ਹਾਰ ਕੋ ਕਿਛ ਅਚਰਜ ਨਾ, ਇਹ ਤੁਹਾਡੇ ਵਾਸਤੇ ਕਰਨਾ ਕੋਈ ਵੱਡੀ ਗੱਲ ਨਹੀਂ। ਅਤੇ ਸਤਿਗੁਰੂ ਜੀ ਨੇ ਜਦੋਂ ਤੀਰ ਲੰਘਾਇਆ ਹੈ 10,000 ਦੇ ਵਿੱਚ ਦੀ, ਸਾਰੇ ਪਿੱਛੇ ਹੋ ਗਏ, ਕੋਈ ਨੇੜੇ ਨਾ ਆਏ, ਦਲੇਰੀ ਨਾ ਕਰੇ। ਅਖੀਰੀ ਜਿਹੜਾ ਦਿੱਲੀ ਦਾ ਆਇਆ ਵੱਡਾ ਸਰਦਾਰ ਖਵਾਜਾ ਮਰਦੂਦ, ਇਹ ਸਾਧ ਸੰਗਤ ਜੀ ਅੱਗੇ ਹੋ ਕੇ ਵਧਿਆ ਵੀ ਮੈਂ ਨਹੀਂ ਛੱਡਾਂਗਾ ਗੁਰੂ ਜੀ ਨੂੰ। ਜਦੋਂ ਇਹ ਗਾਂਹ ਵੱਲ ਵਧਿਆ, ਸਤਿਗੁਰੂ ਜੀ ਨੇ ਤੀਰ ਦਾ ਨਿਸ਼ਾਨਾ ਲਿਆ। ਇਹਨੇ ਉਸੇ ਵੇਲੇ ਖਵਾਜਾ ਮਰਦੂਦ ਨੇ ਛਾਲ ਜੀ ਮਾਰ ਕੇ ਗੜੀ ਦੀ ਕੰਧ ਨਾਲ ਲਾ ਕੇ ਜਾਨ ਬਚਾਈ ਆਪਣੀ।
ਜਦੋਂ ਆਪਣੀ ਜਾਨ ਬਚਾਉਣ ਲੱਗਾ, ਗੁਰੂ ਸਾਹਿਬ ਜੀ ਨੇ ਫਿਰ ਉਸ ਵੇਲੇ ਕਿਹਾ, ਕਹਿੰਦੇ ਉਹ ਇੰਨਾ ਤੂੰ ਸਰਦਾਰ ਦਿੱਲੀ ਤੋਂ ਤੂੰ ਬਣ ਕੇ ਆ 10 ਲੱਖ ਫੌਜ ਦਾ, ਤੂੰ ਇਹ ਕੰਮ ਨੂੰ ਚੜ੍ਹ ਕੇ ਆਇਆ ਵੀ ਤੂੰ ਲੁਕਣਾ ਹੀ ਸੀ। ਜੇ ਤੂੰ ਲੁਕਣਾ ਹੀ ਸੀ ਤਾਂ ਤੂੰ ਕਾਹਨੂੰ ਚੜ੍ਹ ਕੇ ਆਇਆ, ਤੂੰ ਏਡਾ ਤਗੜਾ ਸਰਦਾਰ ਬਣਿਆ ਫਿਰਦਾ। ਜੇ ਤੂੰ ਇੱਕ ਵਾਰੀ ਸਾਡੇ ਸਾਹਮਣੇ ਹੋ ਜਾਂਦਾ, ਤੈਨੂੰ ਜ਼ਰੂਰ ਅਸੀਂ ਤੀਰ ਦਿੰਦੇ, ਤੈਨੂੰ ਜਿਉਂਦਾ ਨਹੀਂ ਸੀ ਛੱਡਣਾ, ਸੂਰਮਾ ਖਵਾ ਕੇ ਕੈਰੀ ਕਰਦਾ ਹੈ। ਇਹ ਗੁਰੂ ਸਾਹਿਬ ਜੀ ਨੇ ਬਚਨ ਕਹੇ ਉਹਨੂੰ। ਇਹ ਉੱਥੇ ਜ਼ਫਰਨਾਮੇ ਵਿੱਚ ਹੀ ਮਹਾਰਾਜ ਨੇ ਲਿਖਿਆ ਹੈ, ਉਹ ਲਾਮੇ ਮਾਰਦੇ ਹੋਏ ਕਿਹਾ ਹੈ ਉਹਨੂੰ, ਔਰੰਗਜ਼ੇਬ ਨੂੰ, ਵੀ ਤੂੰ ਉਹਨਾਂ ਮਰਦਾਂ 'ਤੇ ਭਰੋਸਾ ਕਰਦਾ ਹੈ ਅੱਜ ਜਿਨ੍ਹਾਂ ਨੇ ਆਪਣੀ ਜਾਨ ਗੜੀ ਦੀ ਕੰਧ ਨਾਲ ਲੱਗ ਕੇ ਗੁਜ਼ਾਰ ਕੇ ਬਚਾਈ ਹੈ, ਵੀ ਉਹਨਾਂ ਤੈਨੂੰ ਜਿਤਾਉਣਾ ਹੈ, ਉਹਨਾਂ ਤੋਂ ਤੂੰ ਕੀ ਜਿੱਤ ਭਾਲਦਾ ਹੈ। ਜਿੱਤ ਸਾਡੀ ਹੋਈ ਹੈ, ਇਹ ਜਿੱਤ ਧਰਮ ਦੀ ਹੋਈ ਹੈ, ਸਾਡੀ ਫਤਿਹ ਹੋਈ ਹੈ। ਤੁਹਾਡੀ ਕਾਹਦੀ ਫਤਿਹ ਹੋਈ ਹੈ? ਫਤਿਹ ਤਾਂ ਉਹਦੀ ਹੁੰਦੀ ਹੈ। ਤੁਹਾਡਾ ਦਾਅਵਾ ਸੀ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਫੜਨਾ ਹੈ, ਅਤੇ ਨਾ ਇਹ ਫੜ ਹੀ ਸਕੇ, ਨਾ ਫੜ ਹੀ ਸਕਦੇ ਤੁਸੀਂ। ਇਹ ਜ਼ਫਰਨਾਮੇ ਵਿੱਚ ਮਹਾਰਾਜ ਜੀ ਨੇ ਲਿਖਿਆ। ਨਾਲ ਕਿਹਾ ਵੀ ਔਰੰਗਜ਼ੇਬ ਕੀ ਹੋ ਗਿਆ ਜੇ ਤੂੰ ਜਿਹੜਾ ਹੈ ਸਾਡੇ ਸਾਹਿਬਜ਼ਾਦੇ ਮਾਰ ਦਿੱਤੇ ਹੈ, ਸਾਹਿਬਜ਼ਾਦੇ ਸ਼ਹੀਦ ਕਰ ਦਿੱਤੇ ਹੈ, ਜੇ ਤੂੰ ਆ ਜਿਹੜੇ ਚੰਗਿਆੜੇ ਬੁਝਾਉਣ ਦੀ ਕੋਸ਼ਿਸ਼ ਕੀਤੀ ਹੈ, ਅਸਾਂ ਨੇ ਭਾਂਬੜ ਖਾਲਸਾ ਪੈਦਾ ਕਰ ਦਿੱਤਾ ਹੈ। ਜੇ ਤੂੰ ਆ ਸੱਪਾਂ ਦੇ ਬੱਚੇ ਸਮਝ ਕੇ ਸਪੋਲੀਏ ਛੋਟੇ ਸਾਹਿਬਜ਼ਾਦੇ ਸ਼ਹੀਦ ਕਰ ਦਿੱਤੇ ਹੈ, ਅਤੇ ਗੁਰੂ ਮਹਾਰਾਜ ਦੇ ਕੀ ਹੋ ਗਿਆ, ਅਸਾਂ ਨੇ ਪਰਾਂ ਵਾਲਾ ਸੱਪ ਖਾਲਸਾ ਪੈਦਾ ਕਰ ਦਿੱਤਾ ਤੇਰਾ ਨਾਸ ਕਰਨ ਨੂੰ, ਤੂੰ ਕੀ ਕਰ ਸਕਦਾ ਹੈ। ਇਹੋ ਜਿਹੀਆਂ ਗੱਲਾਂ ਲਿਖੀਆਂ ਮਹਾਰਾਜ ਜੀ ਨੇ ਜ਼ਫਰਨਾਮੇ ਵਿੱਚ। ਜਦੋਂ ਸਾਹਿਬਜ਼ਾਦੇ ਸ਼ਹੀਦ ਹੋ ਗਏ, ਅਕਾਲ ਪੁਰਖ ਨੂੰ ਯਾਦ ਕਰਦਿਆਂ ਮਹਾਰਾਜ ਜੀ ਨੇ ਬਚਨ ਕਿਹਾ, ਸੱਚਾ ਪਾਤਸ਼ਾਹ ਜਿਸ ਕੀ ਬਸ ਤਿਸ ਆਗਿਆ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ, ਉਸ ਤੇ ਚੌਗਣ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਦੇ ਕਿਆ ਲਾਗੇ ਮੇਰਾ। ਮਹਾਰਾਜ ਤੇਰੀ ਇਮਾਨਤ ਤੈਨੂੰ ਹੀ ਅੱਜ ਭੇਟਾ ਕਰ ਦਿੱਤੀ। ਇਹ ਗੁਰੂ ਜੀ ਨੇ ਕਿਹਾ। 5 ਪਿਆਰੇ ਸਾਹਿਬਾਨ ਉਸ ਵੇਲੇ ਗੁਰੂ ਕੇ ਚਰਨੀ ਪਏ। ਸਤਿਗੁਰੂ ਜੀ ਉਹਨਾਂ ਦੇ ਜਿਹੜੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਚੌਰਬਰਦਾਰ ਗੁਰੂ ਕੇ, ਭਾਈ ਸੰਗਤ ਸਿੰਘ, ਭਾਈ ਸੰਤ ਸਿੰਘ, ਇਹ 5 ਸਿੰਘ ਸਨ ਉਸ ਵੇਲੇ। ਭਾਈ ਕਾਠਾ ਸਿੰਘ, ਭਾਈ ਜੀਵਨ ਸਿੰਘ, ਇਹ ਸਿੰਘ ਸਨ। ਅਤੇ ਸਤਿਗੁਰੂ ਜੀ ਨੇ ਉਸ ਵੇਲੇ ਕਿਹਾ, ਭਾਈ ਅਸੀਂ ਜੰਗ ਦਾ ਮੈਦਾਨ ਛੱਡ ਕੇ ਜਾਣਾ ਨਹੀਂ ਚਾਹੁੰਦੇ, ਅਸੀਂ ਇੱਥੇ ਜੂਝਣਾ ਚਾਹੁੰਦੇ ਹਾਂ, ਪਰ ਤੁਸਾਂ ਨੇ ਸਾਨੂੰ ਬੇਨਤੀਆਂ ਕੀਤੀਆਂ ਅਤੇ ਇਸ ਕਰਕੇ ਸੱਚੇ ਪਾਤਸ਼ਾਹ ਜੀ ਉਸ ਵੇਲੇ ਸਿੰਘਾਂ ਦੀ ਬੇਨਤੀ ਕਰਨੇ ਕਰਕੇ ਸਾਧ ਸੰਗਤ ਜੀ ਜਿਗ੍ਹਾ ਦੇ ਕਲਗੀ ਜਿਹੜੀ ਹੈ 5 ਸਿੰਘਾਂ ਦੇ ਅੱਗੇ ਰੱਖ ਦਿੱਤੀ। ਇਹ ਬਚਨ ਕਿਹਾ, ਖਾਲਸਾ ਗੁਰੂ, ਗੁਰੂ ਖਾਲਸਾ। ਜਦੋਂ ਇਹ ਬਚਨ ਕਹੇ ਵੀ ਅੱਜ ਤੋਂ ਗੁਰੂ ਖਾਲਸਾ ਹੋ ਗਿਆ ਹੈ ਅਤੇ ਖਾਲਸਾ ਗੁਰੂ ਹੋ ਗਿਆ ਹੈ, ਅਤੇ ਸਿੰਘ ਵਿੱਚੋਂ ਬੋਲੇ ਜਿਹੜੇ ਭਾਈ ਸੰਗਤ ਸਿੰਘ ਸਨ ਅਤੇ ਭਾਈ ਸੰਤ ਸਿੰਘ ਸਨ, ਉਹਨਾਂ ਦੀ ਜਿਹੜੀ ਹੂ-ਬ-ਹੂ ਸ਼ਕਲ ਗੁਰੂ ਮਹਾਰਾਜ ਜੀ ਨਾਲ ਮਿਲਦੀ ਜੁਲਦੀ ਸੀ। ਅਤੇ ਵਿੱਚੋਂ ਸਿੰਘ ਕਹਿਣ ਲੱਗੇ, ਭਾਈ ਦਇਆ ਸਿੰਘ ਹੋਣੀ, ਮਹਾਰਾਜ ਅਸੀਂ ਭਾਈ ਸੰਗਤ ਸਿੰਘ ਨੂੰ ਜਿਹੜਾ ਹੈ ਜਥੇਦਾਰ ਥਾਪ ਦਿੰਦੇ ਹਾਂ। ਗੁਰੂ ਮਹਾਰਾਜ ਕਹਿੰਦੇ, ਭਾਈ ਅਸਾਂ ਨੇ ਤੁਹਾਨੂੰ ਖਾਲਸੇ ਨੂੰ ਇਨ ਪੰਚਨ ਮੈਂ ਵੇਰੋ ਬਾਸਾ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਣ। ਇਹ 5 ਵਿੱਚ ਸਾਡਾ ਨਿਵਾਸ ਹੈ। ਜਿੱਥੇ 5 ਸਿੰਘ ਤਿਆਰ-ਬਰ ਤਿਆਰ ਹੋਣਗੇ ਉੱਥੇ ਸਾਡਾ ਵਾਸਾ ਹੋਊਗਾ। ਇਹ ਮਰਜ਼ੀ ਤੁਹਾਡੀ ਹੈ ਜਿਹਨੂੰ ਜਥੇਦਾਰ ਥਾਪਣਾ ਹੈ। ਭਾਈ ਸੰਗਤ ਸਿੰਘ ਜੀ ਦੇ ਜਿਹੜਾ ਸੀਸ 'ਤੇ ਜਿਗ੍ਹਾ ਕਲਗੀ ਸਜਾਈ ਗਈ। ਭਾਈ ਸੰਤੋਖ ਸਿੰਘ ਜੀ ਨੇ ਭਾਈ ਸੰਤ ਸਿੰਘ ਲਿਖਿਆ ਹੈ। ਭਾਈ ਸੁੱਖਾ ਸਿੰਘ ਜੀ ਨੇ ਭਾਈ ਸੰਗਤ ਸਿੰਘ ਲਿਖਿਆ ਹੈ। ਜਿਹੜੇ ਕਈ ਹੈ ਉਹ ਕਹਿੰਦੇ ਵੀ ਭਾਈ ਜੀਵਨ ਸਿੰਘ ਨੂੰ ਗੁਰੂ ਜੀ ਨੇ ਉਸ ਵੇਲੇ ਗੁਰਿਆਈ ਬਖਸ਼ੀ ਹੈ। ਪਰ ਸਾਧ ਸੰਗਤ ਜੀ ਇਹਦੇ ਵਿੱਚ ਕੀ ਹਰਜ ਹੈ ਵੀ ਭਾਈ ਜੀਵਨ ਸਿੰਘ ਨੂੰ ਬਖਸ਼ੀ ਹੈ ਜਾਂ ਭਾਈ ਸੰਤ ਸਿੰਘ ਨੂੰ, ਭਾਈ ਸੰਤ ਸਿੰਘ ਨੂੰ? ਹੈ ਤੇ ਗੁਰੂ ਕੇ ਸਿੰਘ ਹੀ ਹੈ ਨਾ 5 ਖਾਲਸੇ। ਇਹ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਇਹਨਾਂ 'ਚੋਂ ਘੱਟ ਕਿਹੜਾ ਹੈ? ਸਾਰੇ ਪੂਰੇ ਹੀ ਹੈ। ਸਾਰਿਆਂ ਦੇ ਚਰਨੀ ਬਣਾਉਣੇ ਯੋਗ ਹੈ। ਇਹੋ ਜਿਹੇ ਰੌਲੇ ਵਿੱਚ ਪੈ ਕੇ ਜਿਹੜਾ ਰੌਲਾ ਨਹੀਂ ਪਾਉਣਾ ਚਾਹੀਦਾ। ਉਹ ਸ਼ਹੀਦੀ ਦੇ 5 ਸਿੰਘਾਂ ਨੇ ਦਿੱਤੀ ਹੈ, ਕਿਸੇ ਨੂੰ ਗੁਰੂ ਨੇ ਦਿੱਤੀ ਹੈ ਭਾਵੇਂ ਗੁਰਿਆਈ। ਅਸਲ ਵਿੱਚ ਇਹਦੇ ਗੁਰੂ ਜੀ ਨੇ 5 ਸਿੰਘਾਂ ਅੱਗੇ ਜਿਗ੍ਹਾ ਕਲਗੀ ਰੱਖ ਦਿੱਤੀ ਸੀ ਅਤੇ ਕਿਹਾ ਵੀ ਖਾਲਸਾ ਗੁਰੂ ਅਤੇ ਗੁਰੂ ਖਾਲਸਾ। ਇਵੇਂ ਸ਼ੰਕਾ ਨਹੀਂ ਇਹਨਾਂ ਗੱਲਾਂ 'ਤੇ ਕਰਨਾ ਚਾਹੀਦਾ। ਉਹਨਾਂ ਸਤਿਗੁਰੂ ਜੀ ਨੇ ਸਿੰਘਾਂ ਨੂੰ ਛੱਡ ਕੇ
ਜਿਗਾ ਕਲਗੀ ਸਜਾ ਕੇ ਸਾਧ ਸੰਗਤ ਜੀ। ਅਤੇ ਮਹਾਰਾਜ ਜੀ ਕਹਿੰਦੇ ਭਾਈ ਅਸਾਂ ਨੇ ਜਾਣਾ ਨਹੀਂ ਸੀ, ਜੰਗ ਵਿੱਚ ਜੂਝਣਾ ਚਾਹੁੰਦੇ ਸਾਂ, ਪਰ ਅਸੀਂ ਹੁਣ ਤੁਹਾਨੂੰ ਗੱਦੀ ਬਖਸ਼ ਦਿੱਤੀ ਹੈ ਖਾਲਸੇ ਨੂੰ, ਤੁਹਾਡੀ ਆਗਿਆ ਮੰਨ ਕੇ ਹੁਣ ਅਸੀਂ ਜਾਵਾਂਗੇ, ਉੱਦਾਂ ਅਸੀਂ ਜਾਣਾ ਨਹੀਂ ਚਾਹੁੰਦੇ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਉਸ ਵੇਲੇ ਸਾਧ ਸੰਗਤ ਜੀ ਇਹਨਾਂ ਸਿੰਘਾਂ ਨੂੰ ਮਹਾਰਾਜ ਜੀ ਨੇ ਨਾਲ ਲੈ ਲਿਆ ਅਤੇ ਚੱਲ ਪਏ ਹਨ। ਇਹ ਸ਼ਾਮ ਦਾ ਵੇਲਾ ਸੀ ਜਦੋਂ ਚੱਲੇ ਹੈ, ਅਤੇ ਇਹਨਾਂ ਮਹਾਰਾਜ ਜੀ ਨੇ ਸੋਚਿਆ ਵੀ ਜੇ ਅਸੀਂ ਇੱਦਾਂ ਜਾਂਦੇ ਹਾਂ, ਕਹਿਣਗੇ ਵੀ ਹਿੰਦ ਕਾ ਪੀਰ ਜਿਹੜਾ ਡਰਦਾ ਹੀ ਚਲਾ ਗਿਆ ਛੁਪ ਛੁਪ ਕੇ। ਸਤਿਗੁਰੂ ਜੀ ਨੇ ਵਿਚਾਰ ਕੇ ਜਿੱਥੇ ਤਾੜੀ ਸਾਹਿਬ ਵਾਲਾ ਸਥਾਨ ਹੈ, ਜਦੋਂ ਗੁਰੂ ਜੀ ਨੇ ਤੀਰ ਮਾਰਿਆ ਸੀ 10,000 ਦੇ ਕੋਲ ਦੀ ਕੱਢਿਆ, ਉਸ ਵੇਲੇ ਫੌਜ ਕਿੰਨੀ ਪਿਛਾਂਹ ਹੋ ਗਈ ਸੀ। ਤੀਰ ਸਾਹਿਬ ਜਿੱਥੇ ਤਾੜੀ ਸਾਹਿਬ ਵਾਲਾ ਸਥਾਨ, ਇੱਥੇ ਗੁਰੂ ਜੀ ਆਏ, ਤਾੜੀ ਮਾਰ ਕੇ ਭਾਈ ਦਇਆ ਸਿੰਘ, ਧਰਮ ਸਿੰਘ ਉਹਨਾਂ ਨੂੰ ਕਿਹਾ ਵੀ ਤੁਸੀਂ ਵੀ ਨਾਲ ਹੀ ਬੋਲੋ। ਇਕੱਠੀ ਆਵਾਜ਼ ਕੱਢੀ ਆ ਵੀ ਹਿੰਦ ਕਾ ਪੀਰ ਜਾ ਰਿਹਾ, ਜੇ 'ਚ ਹਿੰਮਤ ਆ ਕੇ ਰੋਕ ਲਵੇਂ। ਇਹ ਗੁਰੂ ਜੀ ਨੇ ਜਦੋਂ ਤਾੜੀ ਮਾਰੀ ਹੈ, ਉਦੋਂ ਕੋਈ ਲਾਈਟਾਂ ਬੱਤੀਆਂ ਤਾਂ ਹੈ ਨਹੀਂ ਸੀ, ਉੱਥੇ ਰੌਲਾ ਪੈ ਗਿਆ ਆਪੋ ਵਿੱਚ ਇਹਨਾਂ ਦਾ, ਅਤੇ ਆਪੋ ਵਿੱਚ ਹੀ ਹਫੜਾ ਦਫੜੀ ਹੋ ਗਈ। ਗੁਰੂ ਸਾਹਿਬ ਇੱਧਰ ਹੈ, ਗੁਰੂ ਸਾਹਿਬ ਇੱਧਰ ਹੈ, ਰੌਲਾ ਪਾਉਂਦੇ ਆ ਫੜ ਲਓ ਕਰਦੇ। 3 ਕੋਹ ਦੇ ਵਿੱਚ ਲਾਸ਼ਾਂ ਵਿਛ ਗਈਆਂ ਸੀ। ਅਤੇ ਗੁਰੂ ਜੀ ਨੇ ਜ਼ਫਰਨਾਮੇ ਵਿੱਚ ਹੀ ਲਿਖਿਆ ਹੋਇਆ ਵੱਡੇ ਪ੍ਰਮਾਣ, ਹਜੇ ਇਤਿਹਾਸ 'ਚ ਕੋਈ ਕਹਿ ਦੂ ਗਲਤ ਹੈ, ਜ਼ਫਰਨਾਮੇ ਨੂੰ ਕੌਣ ਕਹੂ ਗਲਤ। ਉਹਦੇ ਵਿੱਚ ਹੀ ਮਹਾਰਾਜ ਨੇ ਲਿਖਿਆ ਵੀ ਰੰਗਜੇਬ ਤੂੰ 10 ਲੱਖ ਫੌਜ ਚੜ੍ਹਾਈ ਸਾਡੇ 'ਤੇ, ਵਾਹਿਗੁਰੂ ਨੂੰ ਐਸਾ ਹੀ ਭਾਇਆ, ਅਸਾਂ ਨੇ ਤਾੜੀ ਮਾਰੀ ਕਿ 3 ਕੋਹ ਦੇ ਵਿੱਚ ਤੇਰੇ ਬੰਦੇ ਸਾਰੇ ਕੱਟ ਵੱਢ ਕੇ ਆਪੇ ਮਰ ਗਏ। ਇਹ ਵਾਹਿਗੁਰੂ ਨੂੰ ਇਸੇ ਤਰ੍ਹਾਂ ਹੀ ਭਾਉਂਦਾ ਸੀ। ਇਹ ਸੱਚੇ ਪਾਤਸ਼ਾਹ ਜੀ ਕਹਿ ਕੇ ਤਾੜੀ ਮਾਰ ਕੇ ਸੂਰਮਿਆਂ ਦੀ ਤਿਆਈ, ਐਵੇਂ ਕਾਇਰਾਂ ਦੇ ਤਾਈ ਨਹੀਂ ਨਿਕਲੇ। ਤਾੜੀ ਮਾਰ ਕੇ ਜਦੋਂ ਨਿਕਲੇ ਸਤਿਗੁਰੂ ਮਾਛੀਵਾੜੇ ਵਾਲੇ ਪਾਸੇ ਆਏ, ਕਿਹੜੀ ਪਿੰਡ ਹੈ ਜਿਹੜਾ, ਸਾਧ ਸੰਗਤ ਜੀ ਇੱਥੇ ਪਹੁੰਚੇ। ਇੱਥੇ ਅਲਫੂ ਅਤੇ ਗਾਮੂ ਸਨ ਗੁੱਜਰ, ਇਹ ਕਹਿੰਦੇ ਮੱਝਾਂ ਚਾਰ ਰਹੇ ਸਨ, ਅਤੇ ਇਹ ਮੱਝਾਂ ਚਾਰਦਿਆਂ ਨੇ ਗੁਰੂ ਜੀ ਨੂੰ ਵੇਖ ਲਿਆ, ਨਾ ਰੌਲਾ ਪਾ ਲਿਆ। ਇਹ ਗੁਰੂ ਗੋਬਿੰਦ ਸਿੰਘ ਇੱਧਰ ਹੈ, ਗੁਰੂ ਗੋਬਿੰਦ ਸਿੰਘ ਇੱਧਰ ਹੈ। ਮਹਾਰਾਜ ਜੀ ਨੇ ਕਿਹਾ ਭਾਈ ਰੌਲਾ ਨਾ ਪਾਓ, ਸ੍ਰੀ ਸਾਹਿਬ ਕੋਲ ਸੀ ਗੁਰੂ ਜੀ ਦੇ, ਅਤੇ ਤੁਸੀਂ ਰੌਲਾ ਨਾ ਪਾਓ। ਹਟੇ ਨਹੀਂ। ਸੱਚੇ ਪਾਤਸ਼ਾਹ ਜੀ ਨੇ 5 ਮੋਹਰਾਂ ਦਿੱਤੀਆਂ, ਪਰ ਰੌਲਾ ਪਾਉਣ ਨਹੀਂ ਹਟੇ, ਕਿਉਂਕਿ ਜਿਹਨੂੰ ਜੋ ਲੱਗ ਜੇ ਉਹ ਹਟਦਾ ਨਹੀਂ ਹੁੰਦਾ ਹੈ। ਇਹਨਾਂ ਨੇ ਜਦੋਂ ਰੌਲਾ ਪਾਇਆ, ਗੁਰੂ ਜੀ ਨੇ ਅਲਫੂ ਨੂੰ ਉੱਥੇ ਫੜ ਕੇ 2 ਟੋਟੇ ਕਰਕੇ ਰੱਖਤਾ, ਕਿਉਂਕਿ ਜਦੋਂ ਵੈਰੀ ਨੇ ਚੁੱਪ ਹੀ ਨਹੀਂ ਕਰਨਾ, ਫਿਰ ਉਹਦਾ ਇਲਾਜ ਇਹੋ ਹੀ ਹੈ, ਹੋਰ ਕੋਈ ਇਲਾਜ ਨਹੀਂ। ਗਾਮੂ ਭੱਜਣ ਲੱਗਾ, ਗੁਰੂ ਸਾਹਿਬ ਜੀ ਨੇ ਉਸ ਨੂੰ ਫੜ ਕੇ ਝਟਕਾ ਦਿੱਤਾ। ਉੱਥੋਂ ਚੱਲ ਕੇ ਸੱਚੇ ਪਾਤਸ਼ਾਹ ਮਹਾਰਾਜ, ਕਿਉਂਕਿ ਜਿਹੜਾ ਛਤਰੀ ਦਾ ਸੁਭਾਅ ਸਾਧ ਸੰਗਤ ਜੀ ਉਹ ਇਹੀ ਹੈ, ਜੇ ਵੈਰੀ ਨਹੀਂ ਮੰਨਦਾ ਫਿਰ ਉਹਦੇ ਆਹੂ ਹੀ ਲਾਉਣੇ ਚਾਹੀਦੇ ਹੈ। ਨਿਰਾ ਇਹ ਨਹੀਂ ਵੀ ਸ਼ਾਂਤਮਈ ਨਹੀਂ ਚੱਲਦਾ ਹੈ। ਸਤਿਗੁਰੂ ਜੀ ਦੇ ਵੀਰ ਸੀ ਹੈ ਮਹਾਰਾਜ, ਦਲ ਭੰਜਨ ਗੁਰ ਸੂਰਮਾ ਵਡ ਜੋਧਾ ਪਰਉਪਕਾਰੀ। ਸਤਿਗੁਰੂ ਫਿਰ ਇੱਥੇ ਮਾਛੀਵਾੜੇ ਆ ਗਏ। ਸਾਧ ਸੰਗਤ ਜੀ ਮਾੜੇ ਵਿੱਚ ਆ ਕੇ ਜਦੋਂ ਚਰਨਾਂ ਦੇ ਵਿੱਚ ਜੁੱਤੀ ਵੀ ਨਹੀਂ ਹੈ, ਜੋੜਾ ਵੀ ਨਹੀਂ ਹੈ, ਅਤੇ ਸਤਿਗੁਰੂ ਜੀ ਪਾਸ ਘੋੜਾ ਵੀ ਨਹੀਂ ਹੈ, 36 ਪ੍ਰਕਾਰ ਦੇ ਭੋਜਨ ਜੋ ਹੁੰਦੇ ਸੁੱਖ ਆਰਾਮ ਹੁੰਦੇ ਵੀ ਨਹੀਂ ਹੈ। ਉਸ ਵੇਲੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲੱਗਿਆਂ ਸਤਿਗੁਰੂ ਜੀ ਬਿਰਾਜੇ ਸਨ। ਐਵੇਂ ਇੱਟ ਜੀ ਜਿਹੜੀ ਸਰਾਣੇ ਰੱਖੀ ਹੋਈ ਹੈ, ਸਤਿਗੁਰੂ ਜੀ ਠੰਡ ਵਿੱਚ ਹੀ ਬਿਰਾਜੇ ਹੈ। ਰੁੱਖ ਜਿਹੜੇ ਹੈ ਠੰਡ ਨਾਲ ਤੇਲ ਨਾਲ ਚੋ ਰਹੇ ਹੈ। ਅਤੇ ਭਾਈ 5 ਪਿਆਰਿਆਂ ਵਿੱਚ ਜੋ 3 ਸ਼ਹੀਦ ਹੋਏ ਹੈ, ਹੋਰ ਗੁਰੂ ਕੇ ਸਿੰਘ ਸ਼ਹੀਦ ਹੋਏ। ਸਤਿਗੁਰੂ ਕੇ ਸਾਹਿਬਜ਼ਾਦੇ ਉਸ ਵੇਲੇ ਸੂਖਮ ਸਰੀਰ ਵਿੱਚ ਆਏ, ਗੁਰੂ ਜੀ ਨੂੰ ਆ ਕੇ ਮੱਥਾ ਟੇਕਿਆ। ਗੁਰੂ ਮਹਾਰਾਜ ਜੀ ਨੇ ਉਸ ਵੇਲੇ ਸਿੰਘਾਂ ਨੂੰ ਸੁਣਾਉਂਦਿਆਂ ਹੋਇਆਂ ਇਹ ਸ਼ਬਦ ਉਚਾਰਿਆ, ਖਿਆਲ ਪਾਤਸ਼ਾਹੀ 10ਵੀਂ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਕਿ ਪਿਆਰੇ ਹੇ ਭਾਈ ਹਿੰਮਤ ਸਿੰਘ, ਭਾਈ ਸਾਹਿਬ ਸਿੰਘ, ਅਤੇ ਪਿਆਰੇ ਸਾਡੇ ਸਾਹਿਬਜ਼ਾਦੇ ਅਜੀਤ ਸਿੰਘ ਜੁਝਾਰ ਸਿੰਘ, ਜੋ ਮਿੱਤਰ ਹੈ ਨਾ ਵਾਹਿਗੁਰੂ, ਉਸ ਮਿੱਤਰ ਪਿਆਰੇ ਨੂੰ ਸਾਡਾ ਇਹੋ ਜਿਹਾ ਹਾਲ ਕਹਿਣਾ ਵੀ ਇਹੋ ਜਿਹਾ ਹਾਲ ਹੀ ਹੈ ਇਸ ਵਕਤ, ਕਿ ਤੁਧ ਬਿਨ ਰੋਗ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ। ਮਹਾਰਾਜ ਜਿਹੜਾ ਤੈਨੂੰ ਭੁਲਾ ਕੇ ਤੇਰੇ ਬਿਨਾ ਰਜਾਈਆਂ ਦਾ ਓਢਣਾ ਨਾ, ਘੁੱਟ ਕੇ ਰਜਾਈਆਂ ਲੈਣੀਆਂ ਠੰਡ ਦੇ ਦਿਨਾਂ ਵਿੱਚ, ਉਦੋਂ ਠੰਡ ਹੀ ਸੀ। ਸੱਚਾ ਪਾਤਸ਼ਾਹ ਇਹ ਬੜਾ ਮਾੜਾ ਹੈ। ਤੇ ਸਮਝ ਲਓ ਰੋਗ ਹੀ ਹੋਇਆ ਪਿਆ, ਰੋਗੀ ਬੰਦਾ ਸੌਂਦਾ ਹੁੰਦਾ ਘੁੱਟ ਰਜਾਈਆਂ। ਨਾਗ ਨਿਵਾਸਾਂ ਦੇ ਰਹਿਣਾ,
ਵਾਹਿਗੁਰੂ ਜਿਹੜਾ ਤੇਰੇ ਨਾਮ ਤੋਂ ਬਿਨਾਂ ਰਹਿਣਾ ਇਹ ਤਾਂ ਐਵੇਂ ਜਿਵੇਂ ਸੱਪਾਂ ਦੇ ਘਰ ਵਿੱਚ ਕੋਈ ਟਿਕਿਆ ਹੋਵੇ ਅਤੇ ਸੱਪ ਟਿਕਣ ਨਹੀਂ ਦਿੰਦੇ, ਡੰਗ ਮਾਰਦੇ ਥਾਂ ਥਾਂ 'ਤੇ। ਅਤੇ ਜਿਹੜਾ ਤੇਰੇ ਨਾਮ ਤੋਂ ਬਿਨਾਂ ਰਹਿਣਾ, ਪਰਿਵਾਰ ਦੇ ਜੀਆ ਜਦ ਡੰਗ ਹੀ ਮਾਰਦੇ, ਕਦੀ ਕੋਈ ਗੱਲ ਕਰਦੇ, ਕਦੀ ਕੋਈ ਗੱਲ ਕਰਦੇ। ਸੂਲ ਸਰਾਹੀ ਖੰਜਰ ਪਿਆਲਾ, ਵਾਹਿਗੁਰੂ ਜਿਹੜਾ ਇਹ ਸੂਲ ਸੁਰਾਹੀ ਸਰਾਹੀਆਂ ਵਿੱਚ ਪਾਣੀ ਪੀਣਾ ਤੇਰੇ ਨਾਮ ਤੋਂ ਬਿਨਾਂ, ਇਹ ਮਾਨੋ ਪੇਟ 'ਚ ਬੜਾ ਤਗੜਾ ਸੂਲ ਹੋਣਾ ਹੈ। ਜਿਹੜਾ ਖੁੱਲ੍ਹੇ ਪਿਆਲਿਆਂ 'ਚ ਪੀਣਾ ਹੈ, ਇਹ ਮਾਨੋ ਸੂਲ ਸੁਰਾਹੀ ਖੰਜਰ ਪਿਆਲਾ, ਪੇਟ 'ਚ ਖੰਜਰ ਹੀ ਵੱਜਦਾ ਨਿਰਾ। ਇਹ ਸੱਚੇ ਪਾਤਸ਼ਾਹ ਜੀ ਨੇ ਇੰਨੇ ਪ੍ਰੇਮ ਦੇ ਬਚਨ ਕਹੇ ਸਾਧ ਸੰਗਤ ਜੀ। ਅਤੇ ਗੁਰੂ ਮਹਾਰਾਜ ਜੀ ਨੇ ਇਸ ਵਿਰਾਗਮਈ ਬਚਨ ਕਹਿ ਕੇ ਉੱਥੇ ਫਿਰ ਮਹਾਰਾਜ ਗੁਲਾਬੇ ਮਸੰਦ ਦੇ ਪਾਸ ਰਹੇ ਹੈ। ਗੁਲਾਬੇ ਮਸੰਦ ਦੀ ਕਮਜ਼ੋਰੀ ਵੇਖ ਕੇ ਗੁਰੂ ਜੀ ਅੱਗੇ ਤੋਂ ਅੱਗੇ ਚਲੇ ਗਏ, ਉੱਚ ਦੇ ਪੀਰ ਬਣ ਕੇ। ਨਬੀ ਖਾਂ ਗਣੀ ਖਾਂ ਉਹਨਾਂ ਨੇ ਸੇਵਾ ਕੀਤੀ ਹੈ। ਸਾਕਾ ਸਰਹੰਦ ਆਪ ਜੀ ਨੂੰ ਸੁਣਾਇਆ ਵੀ ਜਿਹੜੇ ਸਿੰਘ ਸ਼ਹੀਦ ਹੋਏ, ਮਾਤਾ ਹਰਸ਼ਰਨ ਕੌਰ ਸੀ, ਉਸ ਨੇ ਉਸ ਵੇਲੇ ਜਿਹੜੀ ਫੌਜ ਸਾਰੀ ਪਿੱਛੇ ਹੋ ਕੇ ਬੈਠੀ ਸੀ ਹਨੇਰੇ ਦੇ ਵਿੱਚ, ਜਿਸ ਕਰਕੇ ਬੀਬੀ ਹਰਸ਼ਰਨ ਕੌਰ ਨੇ ਸਾਰੇ ਸਿੰਘਾਂ ਦੇ ਸਰੀਰ ਜਿਹੜੇ ਦੂਜੇ ਬਚੇ ਇਕੱਠੇ ਕੀਤੇ, ਇੱਕ ਥਾਂ ਇਕੱਠਿਆਂ ਕਰਕੇ ਜਿਵੇਂ ਵੀ ਹੁੰਦਾ ਯਤਨ ਕਰਕੇ ਸੰਸਕਾਰ ਅੰਤਮ ਕੀਤਾ। ਜਦੋਂ ਅੱਗ ਬਲੀ ਹੈ ਉਸ ਵੇਲੇ ਇਹ ਮੁਗਲ ਆਏ ਵੀ ਅੱਗ ਕਿਹਨੇ ਬਾਲ ਦਿੱਤੀ ਏਡੀ ਛੇਤੀ। ਇਹ ਜਦੋਂ ਕੋਲ ਆਏ ਨਾ ਮਾਈ ਵੇਖੀ ਬੀਬੀ ਹਰਸ਼ਰਨ ਕੌਰ ਜਿਉਂਦੀ ਨੂੰ, ਉਹਨਾਂ ਨੇ ਜਿਹੜਾ ਵਿੱਚ ਅੱਗ ਦੇ ਸੁੱਟ ਦਿੱਤਾ, ਅੱਗ ਵਿੱਚ ਸੁੱਟ ਦਿੱਤਾ। ਬੀਬੀ ਹਰਸ਼ਰਨ ਕੌਰ ਵੀ ਅੰਤਲੇ ਜਿਹੜੇ ਸਵਾਸ ਗੁਰੂ ਕੇ ਲੇਖੇ ਲਾ ਕੇ ਵੱਡੀ ਸੇਵਾ ਕਰਕੇ ਸਾਧ ਸੰਗਤ ਜੀ ਆਪਣਾ ਬਲੀਦਾਨ ਦਿੱਤਾ ਸੀ। ਗੁਰੂ ਮਹਾਰਾਜ ਜੀ ਦੇ ਇਵੇਂ ਵੱਡੇ ਸਾਹਿਬਜ਼ਾਦਿਆਂ ਦਾ ਸਾਕਾ ਚਮਕੌਰ ਦੀ ਗੜੀ ਵਿੱਚ ਹੋਇਆ। ਜਿਹੜਾ ਛੋਟੇ ਸਾਹਿਬਜ਼ਾਦਿਆਂ ਦਾ ਸਾਕਾ ਸਰਹੰਦ ਫਤਿਹਗੜ੍ਹ ਹੋਇਆ, ਉਹ ਆਪਾਂ ਉਦੋਂ ਸਰਵਣ ਕੀਤਾ ਹੀ ਸੀ। ਅੱਜ ਇੱਥੇ ਆਪਾਂ ਸਰਵਣ ਰਲ ਮਿਲ ਕੇ ਕਰ ਲਿਆ ਹੈ। ਸਾਧ ਸੰਗਤ ਜੀਓ, ਇਵੇਂ ਜਿਸ ਗੁਰੂ ਜੀ ਨੇ ਸਾਡੇ ਵਾਸਤੇ ਬਲੀਦਾਨ ਦਿੱਤਾ ਹੈ ਸਾਹਿਬਜ਼ਾਦਿਆਂ ਦਾ, ਸਿੰਘਾਂ ਦਾ, ਉਹਨਾਂ ਦਾ ਸਾਧ ਸੰਗਤ ਜੀ ਸਾਨੂੰ ਭੁਲਾਉਣਾ ਨਹੀਂ ਚਾਹੀਦਾ। ਸਾਡੇ ਦਾੜ੍ਹੀਆਂ ਕੇਸ ਰੱਖਣ ਵਾਸਤੇ ਉਹਨਾਂ ਨੇ ਬਲੀਦਾਨ ਦਿੱਤਾ ਹੈ, ਅਤੇ ਅਸੀਂ ਅੱਜ ਜੇ ਦਾੜ੍ਹੀਆਂ ਕੇਸ ਕਟਾਉਂਦੇ ਹਾਂ, ਸਾਡੇ ਤੋਂ ਵੱਡਾ ਕਿਰਤਘਨ ਕਿਹੜਾ ਹੈ। ਜੇ ਉੱਦਾਂ ਰੱਬ ਮਿਲਦਾ ਹੁੰਦਾ ਤਾਂ ਸਾਹਿਬਜ਼ਾਦੇ ਵੀ ਇੱਦਾਂ ਹੀ ਕਰ ਲੈਂਦੇ, ਗੁਰੂ ਕੇ ਸਿੰਘ ਵੀ ਇੱਦਾਂ ਹੀ ਕਰ ਲੈਂਦੇ। ਜੋ ਧਰਮ ਦੇ ਨਿਯਮ ਅਸੂਲ ਉਸੇ ਤਰ੍ਹਾਂ ਰਹਿਣੇ ਭਾਵੇਂ ਕੋਈ ਵੀ ਹੋਏ, ਇਹਦੇ ਵਿੱਚ ਕਿਸੇ ਨੂੰ ਲਿਹਾਜ਼ ਨਹੀਂ ਹੈ। ਅਤੇ ਸਾਡੇ ਤੋਂ ਵੱਡਾ ਕਿਰਤਘਨ ਕਿਹੜਾ ਜਿਹੜਾ ਵੀ ਐਡੀ ਵੱਡੀਆਂ ਸ਼ਹਾਦਤਾਂ ਨੂੰ ਭੁਲਾ ਕੇ ਅਤੇ ਸਾਧ ਸੰਗਤ ਜੀ ਜੀਵਨ ਆਪਣਾ ਬਤੀਤ ਕਰਦਾ ਹੈ। ਅਤੇ ਗੁਰੂ ਜੀ ਨੇ ਤਾਂ ਸਾਨੂੰ ਪੈਦਾ ਹੀ ਤਾਂ ਕੀਤਾ ਧਰਮ ਦੀ ਰੱਖਿਆ ਕਰਨੀ, ਕੁਰਬਾਨੀਆਂ ਦੇਣ ਲਈ। ਜੇ ਸਿੰਘ ਹੋਵਾਂਗੇ ਤਾਂ ਕੁਰਬਾਨੀਆਂ ਦੇਵਾਂਗੇ, ਉੱਦਾਂ ਕਿਤੋਂ ਕੁਰਬਾਨੀਆਂ ਦੇਣੀਆਂ ਹੈ। ਕਿੰਨੇ ਭਾਵੇਂ ਮੁਗਲ ਹੋ ਚੁੱਕੇ ਹੈ, ਉਹਨਾਂ ਦੀ ਇਹੀ ਜਿੱਦ ਰਹੀ ਸੀ ਕਿ ਜਿਨ ਕੇ ਹੋਵੇ ਸਿਰ ਪਰ ਕੇਸ, ਰਹਿਣ ਨਾ ਦੇਹੋਂ ਆਪਣੇ ਦੇਸ਼। ਜ਼ਕਰੀਆ ਖਾਂ ਨੇ ਗੱਲ ਕਹਿੰਦਾ ਸੀ, 5 ਮੋਹਰਾਂ ਦਿਆ ਕਰਦੇ, 80 ਰੁਪਈਏ ਸਿਰ ਵੱਢੇ ਦੇ ਦਿੰਦੇ ਸਨ। ਅਤੇ ਮਾਰਦੇ ਮਾਰਦੇ ਉਹ ਮਰ ਗਏ ਆ, ਪਰ ਗੁਰੂ ਕੇ ਸਿੰਘ ਖਤਮ ਨਹੀਂ ਹੋ ਸਕੇ। ਆਪਾਂ ਸਿੰਘ ਬਣੀਏ ਗੁਰੂ ਕੇ ਮਹਾਰਾਜ ਦੇ। ਸਾਨੂੰ ਖਤਮ ਕਰਨ ਵਾਲੇ ਅੱਜ ਵੀ ਬੜੇ ਬੈਠੇ ਹੈ, ਕਹਿੰਦੇ ਆਟੇ 'ਚ ਲੂਣ ਹੀ ਹੈ ਨਿਰਾਏ 'ਤੇ, ਇਹ ਤਾਂ ਖਤਮ ਕਰ ਦੇਣੇ, ਪਰ ਕੋਈ ਖਤਮ ਨਹੀਂ ਕਰ ਸਕਦਾ। ਉਦੋਂ ਤੇ ਮੰਨੂ ਦੀ ਜਿੱਦ ਫੜੀ ਹੋਈ ਸੀ ਅਤੇ ਇਹ ਬਚਨ ਬਣਾਇਆ ਗਿਆ ਸੀ, ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਹੀ ਦੂਣ ਸਵਾਏ ਹੋਏ। ਅਤੇ ਗਲਾਂ ਵਿੱਚ ਹਾਰ ਪਵਾੜੇ, ਪਰ ਸਿੱਖੀ ਸਿਦਕ ਨਾ ਛੱਡਿਆ। ਰੋਜ਼ ਹੀ ਕਹਿੰਦੇ ਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ, ਤਿਨਾ ਪ੍ਰਾਤਨ ਸਿੰਘਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇਸ ਤਰ੍ਹਾਂ ਸਾਧ ਸੰਗਤ ਜੀ ਉਹਨਾਂ ਨੂੰ ਯਾਦ ਕਰੀਏ, ਕਿਰਤਘਨ ਨਾ ਹੋਈਏ। ਧਰਮ ਦੀ ਖਾਤਰ ਕੁਰਬਾਨੀ ਦੇਣ ਲਈ ਆਪਾਂ ਤਾਂ ਸ਼ੇਰ ਬਣ ਸਕਦੇ ਹਾਂ ਜੇ ਆਪਾਂ ਗੁਰੂ ਕੇ ਅਸੂਲਾਂ ਦੇ ਪੂਰੇ ਰਹਾਂਗੇ। ਖਾਲਸਾ ਬਣੀਏ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਤਾਂ ਹੀ ਖਾਲਸੇ ਬਣ ਸਕਦੇ ਜੇ ਗੁਰੂ ਕੇ ਸਿੰਘਾਂ ਦੇ ਆਪਾਂ ਸਾਧ ਸੰਗਤ ਜੀ ਆਚਰਣ ਮੁਤਾਬਕ ਗੁਰਮੁਖ ਬਣ ਕੇ ਆਪਣਾ ਜੀਵਨ ਬਤੀਤ ਕਰੀਏ। ਵਿਚਾਰਾਂ ਗੁਰੂ ਮਹਾਰਾਜ ਜੀ ਦੇ ਇਤਿਹਾਸ ਦੀਆਂ ਕਰਦਿਆਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ। ਆਪਣਾ ਸਮਾਂ ਵੀ ਤਕਰੀਬਨ ਪੂਰਾ ਹੀ ਹੋ ਗਿਆ ਹੈ। ਇਤਿਹਾਸ ਦੀ ਵਿਚਾਰ ਕਰਦੇ ਸਮੇਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ। ਭੁੱਲਾਂ ਚੁੱਕਾਂ ਦੀ ਸੰਗਤ ਜੀ ਖਿਮਾ ਕਰਨਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣਹਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ